ਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋ ਕਰ ਅਨੁਰਾਗ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੰਚਿਤ ਕਰਮ ਸੋ ਅੰਤఃਕਰਣ, ਗਿਆਨ ਅਗਨ ਤੇ ਕਰੈ ਪ੍ਰਹਰਣ। ਪੋਹਰ ਜਨਮ ਦਾਇਕ ਨਹਿ ਸੋਏ, ਜਲੇ ਅਨਾਜ ਅੰਕੂਰ ਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗਾ ਟਲ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀਓ। ਵੱਡੇ ਭਾਗ ਹਨ, ਸਤਿਗੁਰਾਂ ਦੀ ਅਪਾਰ ਕਿਰਪਾ ਹੈ। ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਸਰੀਰ ਸਵਾਸ ਸਫਲੇ ਬਣਾ ਰਹੇ ਹੋ। ਸਤਿਗੁਰਾਂ ਦੀ ਕਿਰਪਾ ਹੈ, ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਕਲਗੀਧਰ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਤੇਗ ਦੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਨੂੰ ਲੜੀਵਾਰ ਆਪ ਜੀ ਸਰਵਣ ਕਰ ਰਹੇ ਹੋ। ਗੁਰਸਿੱਖਾਂ ਨੇ ਬੇਨਤੀ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੂੰ, ਸਤਿਗੁਰੂ ਜੀ ਸਾਡੇ ਹਿਰਦੇ ਦੇ ਸਵਾਲ ਹਨ, ਆਪ ਜੀ ਕਿਰਪਾ ਕਰਕੇ ਕਰਮ ਕੀ ਹੈ, ਕਰਮ ਦੇ ਬਾਰੇ ਮਹਾਰਾਜ ਜੀ ਆਪ ਜੀ ਚਾਨਣਾ ਪਾਓ। ਸਤਿਗੁਰੂ ਜੀ ਕਹਿਣ ਲੱਗੇ, ਪਿਆਰੇ ਭਾਈ ਦਇਆ ਸਿੰਘ ਜੀ ਜੋ ਕਿ ਗਿਆਨੀ ਹਨ, ਸਾਡਾ ਹੀ ਰੂਪ ਹਨ, ਸਾਡੇ ਔਰ ਭਾਈ ਦਇਆ ਸਿੰਘ ਜੀ ਦੇ ਵਿੱਚ ਕੋਈ ਭੇਦ ਨਹੀਂ ਹੈ। ਤੁਹਾਡੇ ਸਵਾਲਾਂ ਦਾ ਜਵਾਬ ਪਿਆਰੇ ਭਾਈ ਦਇਆ ਸਿੰਘ ਜੀ ਦੇਣਗੇ। ਦੀਵਾਨ ਦੀ ਸਮਾਪਤੀ ਹੋਈ। ਮਹਾਰਾਜ ਜੀ ਉੱਠ ਕਰਕੇ ਨਿਜ ਮਹਿਲਾਂ ਵਿੱਚ ਗਏ। ਪਿਆਰੇ ਭਾਈ ਦਇਆ ਸਿੰਘ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਵੀ ਕਰਨ ਕੜਾਵਨਹਾਰ ਸੁਆਮੀ ਸਤਿਗੁਰੂ ਜੀ ਆਪ ਹਨ, ਮੈਂ ਤਾਂ ਇੱਕ ਜਰੀਆ ਹਾਂ। ਬੁਲਾਉਣਾ ਉਹਨਾਂ ਨੇ ਹੈ ਜੀਵ ਨੂੰ, ਜਿਵੇਂ ਉਹਦੀ ਰਜਾ ਹੈ ਉਸੇ ਤਰ੍ਹਾਂ ਜੀਵ ਬੋਲਦਾ। ਜਿਵੇਂ ਕਠਪੁਤਲੀ ਹੁੰਦੀ, ਕਠਪੁਤਲੀ ਦੀਆਂ ਡੋਰਾਂ ਜਿਹੜੀਆਂ ਹਨ ਉਹ ਤਾਂ ਮਾਲਕ ਦੇ ਹੱਥ ਵਿੱਚ ਹੁੰਦੀਆਂ, ਜਿਉਂ-ਜਿਉਂ ਨਚਾਉਂਦਾ ਹੈ ਉਸੇ ਤਰ੍ਹਾਂ ਕਠਪੁਤਲੀ ਜਿਹੜੀ ਹੈ ਉਹ ਨੱਚਦੀ ਹੈ। ਸਭ ਕੁਝ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੁਆਮੀ ਮਾਲਕ ਸਤਿਗੁਰੂ ਜੀ ਆਪ ਹਨ, ਔਰ ਮੈਨੂੰ ਇੱਕ ਜਰੀਆ ਬਣਾਇਆ ਉਹਨਾਂ ਨੇ ਕਿ ਮੇਰੇ ਜਰੀਏ ਮੈਂ ਕੁਝ ਬੋਲ ਨਹੀਂ ਸਕਦਾ, ਪਰ ਸਤਿਗੁਰਾਂ ਨੇ ਕਿਹਾ ਹੈ, ਸਤਿਗੁਰਾਂ ਦੇ ਹੁਕਮ ਅਨੁਸਾਰ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਮੈਂ ਆਪ ਜੀ ਨੂੰ ਦੱਸਾਂਗਾ। 3 ਪ੍ਰਕਾਰ ਦੇ ਕਰਮ ਹਨ, ਸੰਚਿਤ ਕਰਮ, ਪਰਾਲਬਧ ਕਰਮ ਔਰ ਕਿਰਿਆਮਾਨ ਕਰਮ। ਸੰਚਿਤ ਜਿਹੜੇ ਸਾਡੇ ਪੂਰਵਲੇ ਜਨਮਾਂ ਦੇ ਇਕੱਠੇ ਹੋਏ ਕਰਮ। ਪਰਾਲਬਧ ਸੰਚਿਤ ਕਰਮਾਂ ਦੇ ਵਿੱਚੋਂ ਕੁਝ ਜਿਹੜਾ ਚੰਗੇ ਕਰਮਾਂ ਦਾ ਹਿੱਸਾ ਹੈ, ਚੰਗੇ ਔਰ ਮਾੜੇ ਕਰਮਾਂ ਨੂੰ ਜੋੜ ਕਰਕੇ ਮਨੁੱਖਾ ਜੀਵਨ ਜਿਹੜਾ ਹੈ ਸਾਨੂੰ ਪ੍ਰਾਪਤ ਹੋਇਆ, ਇਹ ਪਰਾਲਬਧ ਕਰਮ ਹੈ ਜੋ ਅਸੀਂ ਭੋਗ ਰਹੇ ਹਾਂ। ਇਸ ਸਰੀਰ ਵਿੱਚ ਰਹਿੰਦੇ ਹਾਂ, ਜੋ ਅੱਗੇ ਅਸੀਂ ਕਰਮ ਕਰ ਰਹੇ ਹਾਂ ਉਹ ਕਿਰਿਆਮਾਨ ਕਰਮ ਹਨ ਵਰਤਮਾਨ ਸਮੇਂ ਅੰਦਰ। ਔਰ ਇਹ ਕਿਰਿਆਮਾਨ ਕਰਮ ਜਿਹੜੇ ਹਨ ਫਿਰ ਜਾ ਕਰਕੇ ਸੰਚਿਤ ਕਰਮਾਂ ਦੇ ਵਿੱਚ ਇਕੱਠੇ ਹੋ ਜਾਂਦੇ। ਹੁਣ ਜਦੋਂ ਸਤਿਗੁਰੂ ਕਿਰਪਾ ਕਰੇ ਸਾਨੂੰ ਇਹਨਾਂ ਕਰਮਾਂ ਦੀ ਸੋਝੀ ਕਰਾ ਦੇ, ਸਾਡੇ ਜੀਵਨ ਵਿੱਚ ਸਾਨੂੰ ਸੋਝੀ ਆ ਜਾਏ, ਔਰ ਸਤਿਗੁਰੂ ਕਿਰਪਾ ਕਰਕੇ ਇਹ ਕਰਮ ਜਿਹੜੇ ਹਨ ਸੰਚਿਤ ਕਰਮ ਪਿੱਛੇ ਸਾਡੇ ਇਕੱਠੇ ਹੋਏ, ਇਹ ਕਰਮਾਂ ਦਾ ਨਾਸ਼ ਹੋ ਜਾਏ, ਕਰਮ ਸੜ ਜਾਣ, ਔਰ ਫਿਰ ਦੁਬਾਰਾ ਜਿਹੜਾ ਜਨਮ ਮਰਨ ਦਾ ਗੇੜ ਹੈ ਜੀਵ ਦਾ ਮੁੱਕ ਜਾਂਦਾ ਹੈ। ਜਨਮ ਮਰਨ ਦਾ ਗੇੜ ਮੁਕਾਉਣ ਵਾਸਤੇ ਇਹ ਮਨੁੱਖਾ ਜੀਵਨ ਜਿਹੜਾ ਹੈ ਸਾਨੂੰ ਮਿਲਿਆ ਕਿ ਕਰਮਾਂ ਦੀ ਜਿਹੜੀ ਗਤੀ ਹੈ, ਕਰਮਾਂ ਦੀ ਜਿਹੜੀ ਖੇਡ ਹੈ, ਮਨੁੱਖ ਸਰੀਰ ਵਿੱਚ ਰਹਿੰਦਿਆਂ ਜੀਵ ਸ਼ੁਭ ਕਰਮ ਕਰਦਿਆਂ ਹੋਇਆਂ ਆਪਣੇ ਜੀਵਨ ਦਾ ਉਧਾਰ ਕਰ ਸਕੇ ਔਰ ਇਸ ਜੀਵਨ ਨੂੰ ਸਫਲਾ ਬਣਾ ਸਕੇ। ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾਂ।
ਆਉਣਾ ਜਾਣਾ ਇਹਦਾ ਮੁੱਕ ਜਾਂਦਾ ਹੈ, ਯਾਤਰਾ ਸਫਲ ਹੋ ਜਾਂਦੀ ਹੈ, ਮਨੁੱਖਾ ਜੀਵਨ ਸਫਲਾ ਹੋ ਜਾਂਦਾ ਹੈ। ਆਉਣ ਜਾਣ ਦੀ ਖੇਡ ਮੁੱਕਦੀ ਕਿਵੇਂ? ਜਦੋਂ ਸਤਿਗੁਰੂ ਨੂੰ ਮਿਲਦਾ ਹੈ ਆ ਕਰਕੇ। ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਸਤਿਗੁਰੂ ਗੁਰਮੰਤਰ ਦੀ ਦਾਤ ਦੇ ਕਰਕੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਦੂਰ ਕਰਦਾ ਹੈ, ਅਗਿਆਨਤਾ ਨਾਸ਼ ਕਰਦਾ ਹੈ। ਔਰ ਗੁਰੂ ਕਿਰਪਾ ਦੁਆਰਾ ਇਹ ਜਿਹੜੇ ਕਰਮ ਹਨ, ਕਰਮ ਨਾਸ਼ ਹੁੰਦੇ ਔਰ ਮਨੁੱਖਾ ਜੀਵਨ ਦੀ ਯਾਤਰਾ ਜਿਹੜੀ ਜੀਵ ਦੀ ਉਹ ਸਫਲ ਹੋ ਜਾਂਦੀ। ਇਉਂ ਪਿਆਰੇ ਭਾਈ ਦਇਆ ਸਿੰਘ ਜੀ ਕਰਮ ਗਤੀ ਜਿਹੜੀ ਹੈ ਉਹਦੀ ਸੋਝੀ ਕਰਾ ਰਹੇ ਹਨ। ਆਓ ਜਿੰਨਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਚੌਪਈ। ਸੰਚਿਤ ਕਰਮ ਸੋ ਅੰਤఃਕਰਣ। ਸੰਚਿਤ ਕਰਮ ਜਿਹੜੇ ਹਨ ਅੰਤਸ਼ਕਰਣ ਰੂਪੀ ਭੱਥੇ ਦੇ ਵਿੱਚ ਇਹ ਕਰਮ ਇਕੱਠੇ ਹੋ ਰਹੇ ਹਨ। ਗਿਆਨ ਅਗਨ ਤੇ ਕਰੈ ਪ੍ਰਹਰਣ। ਗਿਆਨ ਦੀ ਅੱਗ ਦੇ ਦੁਆਰਾ ਇਹਨਾਂ ਕਰਮਾਂ ਦਾ ਨਾਸ਼ ਹੁੰਦਾ ਹੈ। ਇਹ ਕਰਮ ਜਿਹੜੇ ਹਨ ਮਿਟਦੇ ਹਨ। ਗੋਲਾ ਗਿਆਨ ਚਲਾਇਆ, ਜਦੋਂ ਗਿਆਨ ਦਾ ਗੋਲਾ ਚੱਲਦਾ ਹੈ ਸਤਿਗੁਰੂ ਦੀ ਕਿਰਪਾ ਦੁਆਰਾ, ਔਰ ਫਿਰ ਇਹ ਜਿਹੜੇ ਕਰਮ ਹਨ ਇਹ ਨਾਸ਼ ਹੁੰਦੇ ਮਿਟ ਜਾਂਦੇ ਹਨ। ਹੋਰ ਜਨਮ ਦਾ ਇਕ ਨਹਿ ਸੋਏ। ਫਿਰ ਜਦੋਂ ਕਰਮਾਂ ਦਾ ਨਾਸ਼ ਹੋ ਗਿਆ, ਕਿਉਂਕਿ ਸੰਚਿਤ ਕਰਮ ਜਿਹੜੇ ਸਾਡੇ ਇਕੱਠੇ ਹੋਏ ਉਹਨਾਂ ਕਰਮਾਂ ਕਰਕੇ ਸਾਨੂੰ ਮਨੁੱਖਾ ਜੀਵਨ ਮਿਲਿਆ। ਔਰ ਜਦੋਂ ਗੁਰੂ ਕਿਰਪਾ ਦੁਆਰਾ ਗੋਦਾਮ ਦੇ ਵਿੱਚੋਂ ਇਹ ਜਿਹੜੇ ਕਰਮ ਸਾਨੂੰ ਸੜ ਗਏ, ਜਿਹੜੀ ਜਮ੍ਹਾਂ ਪੂੰਜੀ ਜਿਹੜੀ ਸੀ ਉਹ ਸਾੜ ਦਿੱਤੀ, ਫਿਰ ਅੱਗੇ ਜਿਹੜਾ ਜਨਮ ਹੈ ਦੁਬਾਰਾ ਫਿਰ ਜਨਮ ਨਹੀਂ ਹੈ। ਜਲੇ ਅਨਾਜ ਅੰਕੂਰ ਨ ਹੋਏ। ਜਿਵੇਂ ਕੋਠੇ ਦੇ ਵਿੱਚ ਅਨਾਜ ਰੱਖਿਆ ਹੋਇਆ ਜਮ੍ਹਾਂ ਛਟੋਰ, ਉਹਨੂੰ ਅੱਗ ਲਾ ਦਿੱਤੀ ਜਾਏ, ਸਾੜ ਦਿੱਤਾ ਜਾਏ ਸਾਰਾ ਅਨਾਜ, ਦਾਣੇ ਜਿਹੜੇ ਹਨ ਉਹ ਸੜ ਕੇ ਸੁਆਹ ਹੋ ਗਏ। ਸੜੇ ਹੋਏ ਦਾਣੇ ਜਿਹੜੇ ਹਨ ਫਿਰ ਉਹ ਪੁੰਗਰਦੇ ਨੇ। ਜਦੋਂ ਅਨਾਜ ਸੜ ਜਾਂਦਾ ਹੈ ਫਿਰ ਉਹਦੇ ਵਿੱਚ ਕੋਈ ਬੀਜ ਨਹੀਂ ਰਹਿੰਦਾ, ਫਿਰ ਉਹ ਦੁਬਾਰਾ ਪੌਦਾ ਨਹੀਂ ਬਣਦਾ, ਉਹ ਪੁੰਗਰਦਾ ਨਹੀਂ ਹੈ। ਅੰਤఃਕਰਣ ਨਾਸ਼ ਇਸ ਭਾਂਤ। ਇਸੇ ਤਰ੍ਹਾਂ ਅੰਤঃਕਰਣ ਦੇ ਵਿੱਚ ਜਿਹੜੇ ਸੰਚਿਤ ਕਰਮ ਇਕੱਠੇ ਹੋਏ ਹਨ ਇਹ ਨਾਸ਼ ਹੋ ਜਾਂਦੇ, ਮਿਟ ਜਾਂਦੇ ਹਨ। ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਵੀ ਇਹ ਵੀ ਇੱਕ ਸਾਡਾ ਕਰਮ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਪੂਰਬਲੇ ਕਰਮ ਜਿਹੜੇ ਸੰਚਿਤ ਕਰਮ ਹਨ ਜਦੋਂ ਅੰਕੁਰ ਹੁੰਦੇ, ਉੱਗਦੇ ਹਨ, ਪੁੰਗਰਦੇ ਹਨ, ਜਦੋਂ ਉਹ ਪੁੰਗਰੇ ਹਨ ਕਰਮ ਸਾਡਾ ਬਣਿਆ, ਅਸੀਂ ਸਤਿਗੁਰੂ ਦੀ ਸੰਗਤ ਵਿੱਚ ਆਏ ਹਾਂ ਔਰ ਸਾਨੂੰ ਉਹ ਪੂਰਨ ਪੁਰਖ ਸਤਿਗੁਰੂ ਦੀ ਪ੍ਰਾਪਤੀ ਹੋਈ, ਸਤਿਗੁਰੂ ਦੀ ਸ਼ਰਨ ਵਿੱਚ ਆਉਣ ਦਾ ਇਹ ਜਿਹੜਾ ਸਮਾਂ ਬਣਿਆ ਇਹ ਸਾਡਾ ਕਰਮ ਹੈ। ਪੂਰਬਲਾ ਕਰਮ ਜਾਗਿਆ, ਚੰਗੇ ਭਾਗ ਹਨ। ਗੁਰਪੂਰਾ ਭੇਟਿਓ ਵੱਡ ਭਾਗੀ, ਮਨਿ ਭਇਆ ਪ੍ਰਗਸ। ਪੂਰੇ ਗੁਰੂ ਦੀ ਕਿਰਪਾ ਦੁਆਰਾ ਜਦੋਂ ਪੂਰੇ ਗੁਰੂ ਨਾਲ ਮਿਲਾਪ ਹੋਇਆ ਵੱਡਿਆਂ ਭਾਗਾਂ ਕਰਕੇ, ਫਿਰ ਸਤਿਗੁਰੂ ਨੇ ਮਨ ਵਿੱਚ ਚਾਨਣ ਪੈਦਾ ਕੀਤਾ, ਪ੍ਰਕਾਸ਼ ਪੈਦਾ ਕੀਤਾ, ਸੋਝੀ ਆਈ। ਇਸ ਕਰਕੇ ਸਾਡਾ ਕਰਮ ਸੀ, ਸੰਚਿਤ ਕਰਮਾਂ ਦੇ ਵਿੱਚੋਂ ਇਹ ਵੀ ਇੱਕ ਹਿੱਸਾ ਹੈ। ਸਾਡੇ ਚੰਗੇ ਭਾਗ ਹਨ ਕਿ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਔਰ ਸਤਿਗੁਰੂ ਦੀ ਸ਼ਰਨ ਵਿੱਚ ਆ ਕਰਕੇ ਜਿੰਨੇ ਪਿੱਛੇ ਇਕੱਠੇ ਸੰਚਿਤ ਕਰਮ ਹੋਏ ਹਨ, ਕਿਉਂਕਿ ਜਨਮਾਂ ਜਨਮਾਂ ਦਾ ਗੇੜ ਹੈ, ਇੱਕ ਜਨਮ ਦੇ ਕਰਮ ਨਹੀਂ, ਕਈ ਜਨਮਾਂ ਦੇ ਕਰਮ ਹਨ।
ਔਰ ਇਹ ਸਾਰੀ ਕਰਮਾਂ ਦੀ ਖੇਡ, ਇਕੱਠੇ ਕੀਤੇ ਹੋਏ ਕਰਮ ਜਿਹੜੇ ਅੰਤਸ਼ਕਰਣ ਦੇ ਵਿੱਚ ਇਕੱਠੇ ਹਨ, ਸਤਿਗੁਰੂ ਦੀ ਕਿਰਪਾ ਦੁਆਰਾ ਫਿਰ ਇਹ ਕਰਮਾਂ ਦਾ ਨਾਸ਼ ਹੋ ਜਾਂਦਾ ਔਰ ਫਿਰ ਦੁਬਾਰਾ ਜਨਮ ਨਹੀਂ ਹੈ। ਆਵਾਗਾਉਣ ਦੀ ਖੇਡ ਜਿਹੜੀ ਹੈ ਉਹ ਮੁੱਕ ਜਾਂਦੀ ਹੈ। ਸਤ ਹੋਏ ਜਤ ਸਭ ਸ਼ਾਂਤ। ਔਰ ਸੱਤ ਦਾ ਜਿਹੜਾ ਹੈ ਆਭਾਸ ਚਿੱਤ ਵਿੱਚ ਹੋ ਜਾਂਦਾ ਹੈ ਔਰ ਮਨ ਜਿਹੜਾ ਹੈ ਉਹ ਸ਼ਾਂਤ ਹੋ ਜਾਂਦਾ ਹੈ। ਚਿਤ ਸਤ ਕੋ ਅਬ ਅਰਥ ਬਖਾਨੋ। ਚਿੱਤ ਅਤੇ ਸੱਤ ਦਾ ਜਿਹੜਾ ਅਰਥ ਹੈ ਉਹ ਭਾਈ ਸਾਹਿਬ ਜੀ ਅੱਗੇ ਦੱਸਦੇ ਹਨ। ਅੰਤఃਕਰਣ ਰੂਪ ਅਸ ਜਾਨੋ। ਸੱਤ ਦਾ ਜਿਹੜਾ ਰੂਪ ਹੈ ਉਹ ਵੀ ਅੰਤਸ਼ਕਰਣ ਹੈ, ਕਿਉਂਕਿ ਅੰਤਸ਼ਕਰਣ ਦੇ ਵਿੱਚ ਜਿਵੇਂ ਸ਼ੀਸ਼ਾ ਹੈ, ਸ਼ੀਸ਼ੇ ਨੂੰ ਹਰ ਰੋਜ਼ ਸਾਫ਼ ਨਾ ਕੀਤਾ ਜਾਏ ਤਾਂ ਉਹਦੇ ਵਿੱਚ ਉੱਪਰ ਜਿਹੜੀ ਗਰਦ ਹੈ ਜੰਮਦਿਆਂ ਜੰਮਦਿਆਂ ਪਰਤ ਬਰ ਪਰਤ ਜਿਹੜੀ ਹੈ ਸ਼ੀਸ਼ਾ ਦਿਖਣੋਂ ਹਟ ਜਾਂਦਾ ਹੈ, ਗਰਦ ਹੀ ਕੇਵਲ ਨਜ਼ਰ ਆਉਂਦੀ, ਥੱਲੇ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਹੈ ਉਹ ਨਹੀਂ ਨਜ਼ਰ ਆਉਂਦਾ। ਇਸ ਕਰਕੇ ਇਹ ਜਿਹੜੀ ਪਰਤ ਹੈ ਜਨਮਾਂ ਜਨਮਾਂਤਰਾਂ ਦੀ ਕਰਮਾਂ ਰੂਪੀ ਅੰਤਸ਼ਕਰਣ ਦੇ ਵਿੱਚ ਜੰਮੀ ਹੋਈ, ਹੌਲੀ ਹੌਲੀ ਇਹ ਜਿਹੜਾ ਸ਼ੀਸ਼ਾ ਹੈ ਫਿਰ ਸਾਫ਼ ਹੁੰਦਾ ਹੈ। ਫਿਰ ਜਿਹੜਾ ਸੱਤ ਦਾ ਅਕਸ਼ ਹੈ ਉਹ ਹਿਰਦੇ ਅੰਦਰੋਂ ਫਿਰ ਨਜ਼ਰ ਆਉਂਦਾ ਹੈ। ਜਿਸ ਤੇ ਤਰਸ ਅਸੰਭਕ ਵਿਖੇ। ਔਰ ਚਿੱਤ ਦੇ ਦੁਆਰਾ ਕਹਿਣ ਲੱਗੇ ਅੰਤਸ਼ਕਰਣ ਰੂਪ ਅਸ ਜਿਹੜਾ ਹੈ ਉਹ ਚਿੱਤ ਦੇ ਦੁਆਰਾ, ਜਦੋਂ ਚੇਤੇ ਦੇ ਵਿੱਚ ਸਾਡੇ ਕਰਮ ਹਨ, ਕਿਉਂਕਿ ਅੰਤਸ਼ਕਰਣ ਦੇ ਜਿਹੜੇ 4 ਰੂਪ ਹਨ ਮਨ, ਬੁੱਧ, ਚਿੱਤ ਔਰ ਅਹੰਕਾਰ। ਮਨ ਜਿਹੜਾ ਹੈ, ਮਨ ਦਾ ਕੋਈ ਆਕਾਰ ਨਹੀਂ, ਚਿੱਤ ਦਾ ਕੋਈ ਆਕਾਰ ਨਹੀਂ ਹੈ ਔਰ ਤਨ ਹੰਗਤਾ ਜਿਹੜੀ ਹੈ ਹੰਕਾਰ, ਇਹਦਾ ਕੋਈ ਆਕਾਰ ਨਹੀਂ ਹੈ ਔਰ ਬੁੱਧ ਦਾ ਕੋਈ ਆਕਾਰ ਨਹੀਂ ਹੈ। ਹੁਣ ਚਿੱਤ ਦੇ ਵਿੱਚ ਜਿਹੜਾ ਸਾਡਾ ਜਮ੍ਹਾਂ ਹੋਇਆ ਖਿਆਲ ਹੈ, ਜੋ ਸਾਡੇ ਜੀਵਨ ਦੀਆਂ ਘਟਨਾਵਾਂ ਹਨ ਉਹ ਚਿੱਤ ਦੇ ਵਿੱਚ ਜਮ੍ਹਾਂ ਹਨ। ਆਤਮ ਬੁੱਧ ਅਨਾਤਮ ਦਿਖੇ। ਔਰ ਆਤਮਾ, ਬੁੱਧ ਅਤੇ ਅਨਾਤਮ ਵਾਹਿਗੁਰੂ ਪਰਮੇਸ਼ਰ, ਜਦੋਂ ਬੁੱਧ ਨੂੰ ਇਹ ਸੋਝੀ ਹੁੰਦੀ ਹੈ ਆਪਣੇ ਆਤਮ ਰੂਪ ਦੀ। ਜਗਤ ਅਸਤ ਵਿਖੇ ਸਤ ਬੁੱਧ। ਜਗਤ ਅਸਤ ਹੈ ਔਰ ਬੁੱਧ ਜਿਹੜੀ ਹੈ ਅਗਿਆਨਤਾ ਦੇ ਵਸ ਹੋਣ ਕਰਕੇ ਇਸ ਜਗਤ ਨੂੰ ਸੱਤ ਜਾਣ ਲੈਂਦੀ ਹੈ। ਦਿਸਦਾ ਜਿਹੜਾ ਪਸਾਰਾ ਹੈ, ਬੁੱਧ ਦੇ ਵਿੱਚ ਖਿਆਲ ਆਇਆ, ਸੋਝੀ ਆਈ ਔਰ ਇਹਨੇ ਸਾਰੇ ਸੰਸਾਰ ਨੂੰ ਸੱਤ ਜਾਣਿਆ ਹੈ। ਮਿਥਿਆ ਹੈ, ਅਸੱਤ ਹੈ। ਸੰਸਾਰ ਜਿਹੜਾ ਹੈ ਜਿਵੇਂ ਜਿਵੇਂ ਉਪਜਿਆ ਹੈ ਉਸੇ ਤਰ੍ਹਾਂ ਇੱਕ ਦਿਨ ਇਹਨੇ ਵਿਨਸਣਾ ਹੈ, ਇਹ ਅਸੱਤ ਹੈ। ਸੁਪਨੇ ਦੀ ਨਿਆਈ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ। ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ। ਜਿਵੇਂ ਪਾਣੀ ਦਾ ਬੁਲਬੁਲਾ ਹੈ ਉਪਜਦਾ ਹੈ ਬਿਨਸਦਾ ਹੈ, ਇਸੇ ਤਰ੍ਹਾਂ ਜਗਤ ਦੀ ਜਿਹੜੀ ਰਚਨਾ ਹੈ ਪਰਮੇਸ਼ਰ ਨੇ ਰਚੀ। ਜਗਤ ਅਸੱਤ ਹੈ ਪਰ ਬੁੱਧ ਜਿਹੜੀ ਹੈ ਉਹ ਜਾਣ ਲੈਂਦੀ ਹੈ ਕਿ ਇਹ ਸੱਤ ਹੈ। ਇਹਦਾ ਜਿਹੜਾ ਅਗਿਆਨ ਹੈ ਇਹ ਇੱਕ ਭਰਮ ਹੈ, ਜਿਹੜਾ ਇਹਨੇ ਗਿਆਨ ਸਮਝ ਲਿਆ, ਸੱਤ ਸਮਝ ਲਿਆ। ਆਤਮ ਸਤ ਅਸਤ ਕੀ ਸੁਧ। ਔਰ ਜਿਹੜਾ ਆਤਮ ਤੱਤ ਹੈ ਉਹ ਸੱਤ ਹੈ। ਆਤਮ ਤੱਤ ਜਿਹੜਾ ਸੱਤ ਹੈ ਉਹਨੂੰ ਅਸੱਤ ਕਹਿੰਦੀ ਹੈ ਬੁੱਧ। ਜੋ ਦਿਸਦਾ ਹੈ ਉਹਨੂੰ ਤਾਂ ਜਾਣਦੀ ਹੈ ਵੀ ਇਹ ਸੱਤ ਹੈ, ਔਰ ਜੋ ਦਿਸਦਾ ਨਹੀਂ ਉਹਨੂੰ ਕਹਿੰਦੀ ਹੈ ਇਹ ਅਸੱਤ ਹੈ, ਉਲਟ। ਕਿਉਂਕਿ ਦਿਸਦਾ ਪਸਾਰਾ ਜਿਹੜਾ ਹੈ ਇਹਨੂੰ ਜਾਣ ਲਿਆ ਵੀ ਇਹ ਸਦੀਵ ਕਾਲ ਲਈ ਰਹਿਣਾ। ਸਰੀਰ ਆਪਣੇ ਕੋਲ ਹੈ, ਸਰੀਰ ਨੂੰ ਇਹ ਸਦੀਵ ਕਾਲ ਲਈ ਕਹਿੰਦਾ ਹੈ ਕਿ ਮੇਰਾ ਰਹਿਣਾ ਹੈ ਸਰੀਰ। ਕਦੇ ਨਹੀਂ ਕਹਿੰਦਾ ਵੀ ਮੈਂ ਸੰਸਾਰ ਤੋਂ ਜਾਵਾਂ, ਹਾਲਾਂਕਿ ਨਿਸ਼ਚਿਤ ਹੈ ਸੰਸਾਰ ਤੋਂ ਜਾਣਾ, ਪਰ ਮਨੁੱਖ ਜਿਹੜਾ ਹੈ ਉਹ ਨਹੀਂ ਚਾਹੁੰਦਾ ਵੀ ਮੈਂ ਸੰਸਾਰ ਤੋਂ ਜਾਣਾ।
ਇਸ ਕਰਕੇ ਕਿੰਨਾ ਚਾਰਾ ਕਰਦਾ ਹੈ ਆਪਣੇ ਸਰੀਰ ਨੂੰ ਬਚਾਉਣ ਵਾਸਤੇ, ਪਰ ਸਮੇਂ ਦੇ ਅਧੀਨ ਹੈ, ਨਿਸ਼ਚਿਤ ਹੈ ਸਮਾਂ। ਔਰ ਇਹ ਜਿਹੜਾ ਨਿਸ਼ਚਿਤ ਸਮਾਂ ਹੈ, ਇਹ ਜਿਹੜਾ ਆਭਾਸ ਹੈ ਹਿਰਦੇ ਅੰਦਰੋਂ ਵਿਸਾਰ ਦਿੰਦਾ, ਭੁੱਲ ਜਾਂਦਾ ਹੈ ਕਿ ਜਿਸ ਵਾਹਿਗੁਰੂ ਪਰਮੇਸ਼ਰ ਸੱਤ ਨੇ ਸਾਨੂੰ ਭੇਜਿਆ ਹੈ, ਕਿਉਂਕਿ ਹੁਕਮ ਵਿੱਚ ਆਇਆ ਜਿਹੜਾ ਹੁਕਮ ਹੈ ਉਹ ਸੱਤ ਹੈ, ਪਰ ਆਪਣੀ ਮਰਜ਼ੀ ਜਿਹੜੀ ਹੈ ਉਹ ਅਸੱਤ ਹੈ। ਜਦੋਂ ਆ ਕੇ ਮਨ ਮਰਜ਼ੀ ਕਰਦਾ ਹੈ, ਆਪਣੇ ਅਨੁਸਾਰ ਚੱਲਦਾ ਹੈ, ਸੰਸਾਰ ਦੇ ਵਿੱਚ ਆਪਣੀ ਮੌਜ ਅਨੁਸਾਰ ਵਿਚਰਦਾ ਹੈ, ਪਰਮੇਸ਼ਰ ਦਾ ਭਾਣਾ ਜਿਹੜਾ ਹੈ ਉਹ ਹਿਰਦੇ ਅੰਦਰੋਂ ਵਿਸਾਰ ਦਿੰਦਾ। ਸੱਤ ਜਿਹੜਾ ਹੈ ਉਹ ਵਿਸਰ ਗਿਆ, ਅਸੱਤ ਜਿਹੜਾ ਹੈ ਉਹ ਸਦਾ ਹੀ ਚੇਤੇ ਰਹਿੰਦਾ ਹੈ। ਮੌਤ ਵਿਸਰ ਗਈ ਹੈ, ਜੀਵਨ ਜਿਹੜਾ ਹੈ ਉਹ ਸਦਾ ਹੀ ਚੇਤੇ ਹੈ। ਕਦੇ ਨਹੀਂ ਕਹਿੰਦਾ ਵੀ ਮੇਰੇ ਤੇ ਬੁਢੇਪਾ ਆਵੇ, ਕਦੇ ਨਹੀਂ ਕਹਿੰਦਾ ਵੀ ਮੈਂ ਸੰਸਾਰ ਤੋਂ ਜਾਣਾ ਹੈ। ਆਪਣੇ ਬੁਢੇਪੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਨਜ਼ਰੀ ਨਾ ਆਵੇ ਵੀ ਮੈਂ ਬੁੱਢਾ ਸੰਸਾਰ ਦੇ ਵਿੱਚ ਵਿਆਪਣ ਲੱਗਾ। ਧੰਨ ਬਾਬਾ ਬੁੱਢਾ ਸਾਹਿਬ ਜੀ ਜਦੋਂ ਪਹਿਲੀ ਮਿਲਣੀ ਹੁੰਦੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਨਾਲ, ਕਿਉਂਕਿ ਹਿਰਦੇ ਅੰਦਰ ਵਿਚਾਰ ਸੱਤ ਸਨ, ਔਰ ਬਚਪਨ ਦੇ ਵਿੱਚ ਪ੍ਰਭੂ ਭਗਤੀ ਦੀ ਜਿਹੜੀ ਚਿਣਗ ਸੀ ਉਹ ਲੱਗ ਗਈ। ਮਹਾਰਾਜ ਜੀਆਂ ਦੇ ਨਾਲ ਬਚਨ ਹੀ ਐਸੇ ਹੋਏ ਕਿ ਸਤਿਗੁਰੂ ਜੀ ਇਹ ਜਿਹੜਾ ਜੀਵਨ ਹੈ ਸਦੀਵ ਕਾਲ ਲਈ, ਇਹ ਜੀਵਨ ਸਥਿਰ ਨਹੀਂ ਹੈ। ਮਾਤਾ ਜੀ ਨੇ ਜਦੋਂ ਮੈਨੂੰ ਚੁੱਲ੍ਹੇ ਵਿੱਚ ਅੱਗ ਬਾਲਣ ਵਾਸਤੇ ਕਿਹਾ ਤਾਂ ਮੈਨੂੰ ਸਮਝ ਆ ਗਈ ਵੀ ਪਹਿਲਾਂ ਜਿਹੜੀ ਅੱਗ ਹੈ ਛੋਟੀਆਂ ਲੱਕੜਾਂ ਨੂੰ ਲੱਗਦੀ, ਔਰ ਜਦੋਂ ਜਰਵਾਣੇ ਆਉਂਦੇ ਹਨ, ਕੱਚੀ ਪੱਕੀ ਫਸਲ ਨਹੀਂ ਦੇਖਦੇ, ਉਹ ਸਾਰੀ ਫਸਲ ਨੂੰ ਘੋੜਿਆਂ ਦੇ ਪੌੜਾਂ ਹੇਠ ਲਤਾੜ ਜਾਂਦੇ। ਇਸ ਕਰਕੇ ਜਦੋਂ ਮੌਤ ਰੂਪੀ ਜਰਵਾਣਾ ਆਉਣਾ ਹੈ, ਉਹਨੇ ਨਹੀਂ ਦੇਖਣਾ ਵੀ ਇਹਦੀ ਉਮਰ ਕਿੰਨੀ ਕੁ ਹੈ, ਛੋਟਾ ਹੈ, ਜਵਾਨ ਹੈ ਜਾਂ ਬਜ਼ੁਰਗ ਹੈ, ਉਹਨੇ ਤਾਂ ਝਪੱਟ ਮਾਰ ਹੀ ਲੈਣੀ। ਮਹਾਰਾਜ ਜੀ ਕਹਿੰਦੇ ਗੱਲਾਂ ਜਿਹੜੀਆਂ ਹਨ ਉਹ ਤਾਂ ਬਜ਼ੁਰਗਾਂ ਵਾਲੀਆਂ ਹਨ, ਤੂੰ ਬੂੜਾ ਨਹੀਂ, ਤੂੰ ਤਾਂ ਬਾਬਾ ਬੁੱਢਾ ਹੈ। ਵਿਚਾਰ ਜਿਹੜੇ ਹਨ ਹਿਰਦੇ ਅੰਦਰ ਸੱਤ ਹੋ ਜਾਣ, ਜੀਵਨ ਜਿਹੜਾ ਹੈ ਉਹ ਸੱਤ ਦਾ ਲਾਇਕ ਹੋ ਜਾਏ, ਸੱਤ ਦਾ ਲਖਾਇਕ ਹੋ ਜਾਏ, ਲਖਤਾ ਹੋ ਜਾਏ ਸੱਤ ਦੀ। ਕੀਤੇ ਕਉ ਮੇਰਾ ਸਮਾਨੈ, ਕਰਨਹਾਰ ਤ੍ਰਿਣ ਜਾਣੈ। ਸੰਸਾਰ ਤਿਆਗ ਕਰਕੇ ਜਿਹੜਾ ਦਿਸਦਾ ਪਸਾਰਾ ਹੈ, ਸਭ ਕੁਝ ਪਰਮੇਸ਼ਰ ਦਾ ਕੀਤਾ ਹੋਇਆ, ਕ੍ਰਿਤ ਪਰਮੇਸ਼ਰ ਦੀ ਹੈ। ਤੇਰਾ ਸਰੀਰ ਵੀ ਪਰਮੇਸ਼ਰ ਨੇ ਬਣਾਇਆ, ਉਹ ਜਿੰਨੇ ਭੋਗ ਤੂੰ ਭੋਗ ਰਿਹਾ ਹੈ ਸੰਸਾਰ ਤੇ ਸਾਰੇ ਪਰਮੇਸ਼ਰ ਦੇ ਦਿੱਤੇ ਹੋਏ ਹਨ, ਕੀਤੇ ਹੋਏ ਹਨ ਪਰਮੇਸ਼ਰ ਦੇ। ਹੁਣ ਜਿਹੜਾ ਦਿਸਦਾ ਪਸਾਰਾ ਹੈ ਸਾਡਾ, ਜਿਹੜਾ ਆਪਣਾ ਕਾਰੋਬਾਰ, ਸਾਡੇ ਕੋਲ ਜਿੰਨਾ ਧਨ ਪਦਾਰਥ ਹੈ, ਉਹ ਇਹ ਕਹਿੰਦਾ ਹੈ ਮੇਰਾ ਆਪਣਾ ਹੈ, ਔਰ ਉਹਦੇ ਵਿੱਚੋਂ ਤੁੱਛ ਇੱਛਾ ਦੇ ਕਰਕੇ ਫਿਰ ਇਹ ਜਣਾਉਂਦਾ ਹੈ ਵੀ ਮੈਂ ਆਹ ਕੁਝ ਦੇ ਰਿਹਾ ਹਾਂ। ਹੁਣ ਦੇਣ ਵਾਲਾ ਤਾਂ ਦਾਤਾਰ ਹੈ, ਉਹਦੇ ਕੋਲੋਂ ਹੀ ਮੰਗ ਕੇ ਥੋੜ੍ਹਾ ਜਿਹਾ ਹਿੱਸਾ ਦੇ ਕਰਕੇ ਵਿੱਚ ਆਪਣੀ ਮੈਂ ਰੱਖਦਾ ਵੀ ਉਹ ਮੈਂ ਦੇ ਰਿਹਾ, ਮੇਰੇ ਦੁਆਰਾ ਹੋ ਰਿਹਾ। ਜੇ ਮੈਂ ਨਾ ਹੁੰਦਾ ਤਾਂ ਕੁਝ ਹੋ ਹੀ ਨਹੀਂ ਸਕਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਕਰਤਾ ਹੈ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਕ੍ਰਿਤ ਹੈ ਸਾਰਾ ਸੰਸਾਰ, ਉਸ ਕਰਤੇ ਦਾ ਬਣਾਇਆ ਹੋਇਆ ਹੈ, ਔਰ ਉਹਦੇ ਕੀਤੇ ਹੀ ਹੋਏ ਕ੍ਰਿਤ ਨੂੰ ਵੱਡਾ ਜਾਣਦਾ ਹੈ। ਸਾਨੂੰ ਜਿਹੜਾ ਦਿਸਦਾ ਪਸਾਰਾ ਹੈ ਇਹੀ ਵੱਡਾ ਦਿਸ ਰਿਹਾ ਹੈ, ਪਰ ਇਹਦੇ ਪਿੱਛੇ ਕੌਣ ਹੈ? ਇਹਦੇ ਪਿੱਛੇ ਉਹ ਕਰਤਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਜਿਹਨੇ ਬਣਾਈ ਹੈ। ਹੁਣ ਸਾਰੀ ਸ੍ਰਿਸ਼ਟੀ ਨੂੰ ਦੇਖ ਕਰਕੇ ਜੀਵ ਭਰਮ ਜਾਂਦਾ ਕਿ ਆਹੀ ਸੱਤ ਹੈ, ਆਹ ਸ੍ਰਿਸ਼ਟੀ ਜਿਹੜੀ ਦਿਸ ਰਹੀ ਹੈ ਇਹੀ ਸੱਤ ਹੈ। ਔਰ ਜਿਹੜਾ ਪਿੱਛੇ ਵਾਹਿਗੁਰੂ ਪਰਮੇਸ਼ਰ ਨੇ ਕ੍ਰਿਤੀ ਬਣਾਈ ਹੈ ਸ੍ਰਿਸ਼ਟੀ, ਉਹਦੀ ਕ੍ਰਿਤ ਹੈ, ਉਹਨੂੰ ਕਹਿਣ ਲੱਗੇ ਘਾਹ ਦੇ ਤਿਣਕੇ ਸਮਾਨ ਸਮਝਦਾ ਹੈ। ਦਿਸਦਾ ਪਸਾਰਾ ਸਾਡੀ ਪ੍ਰਾਪਤੀ, ਸਾਡੀ ਜਿਹੜੀ ਜੋ ਸਾਡੇ ਪਾਸ ਸਮਰੱਥਾ ਹੈ, ਜੋ ਧਨ ਦੌਲਤ ਕਾਰੋਬਾਰ ਪ੍ਰੋਪਰਟੀ ਸਾਡੇ ਪਾਸ ਹੈ, ਸਾਰਾ ਕੁਝ ਉਸੇ ਨੂੰ ਹੀ ਸਮਝ ਲੈਂਦਾ। ਅਗਿਆਨੀ ਹੈ ਕਿਉਂਕਿ ਗਿਆਨ ਨਹੀਂ ਹੈ। ਇਸ ਕਰਕੇ ਇਹਦੇ ਪਿੱਛੇ ਕੌਣ ਹੈ, ਦੇਣ ਵਾਲਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਔਰ ਉਹਨੂੰ ਤਾਂ ਬੜਾ ਤੁੱਛ ਜਾਣਦਾ, ਬੜਾ ਛੋਟਾ, ਉਹਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਫਿਰ ਜੀਵਨ ਦੇ ਵਿੱਚ, ਕਿਉਂਕਿ ਪਿਆਰ ਪੈ ਜਾਂਦਾ ਸੰਸਾਰ ਦੇ ਨਾਲ।
ਸੰਸਾਰ ਵਿੱਚ ਆ ਕਰਕੇ ਜਿਉਂ-ਜਿਉਂ ਬਚਪਨ ਤੋਂ ਜੀਵ ਜਵਾਨ ਹੁੰਦਾ ਹੈ, ਤਿਉਂ-ਤਿਉਂ ਪ੍ਰਭੂ ਦਾ ਜਿਹੜਾ ਪਿਆਰ ਹੈ, ਪ੍ਰਭੂ ਦੀ ਜਿਹੜੀ ਖਿੱਚ ਹੈ ਉਹ ਭੁੱਲ ਜਾਂਦੀ। ਫਿਰ ਦਿਸਦਾ ਪਸਾਰਾ ਜਿਹੜਾ ਇਹਨੂੰ ਚੰਗਾ ਲੱਗਣ ਲੱਗਦਾ ਹੈ। ਸੱਤ ਅਤੇ ਅਸੱਤ ਦੀ ਜਿਹੜੀ ਸੋਝੀ ਹੈ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਆਉਂਦੀ, ਕਿਉਂਕਿ ਭਰਮ ਵਿੱਚ ਪਿਆ ਹੋਇਆ ਹੈ। ਅੰਤਸ਼ਕਰਣ ਦੇ ਜਿਹੜੇ 4 ਪ੍ਰਕਾਰ ਹਨ, ਉਹਨਾਂ ਦੇ ਵਿੱਚੋਂ ਭਰਮ ਅਤੇ ਅਭਰਮ। ਭਰਮ ਕੀ ਹੈ? ਜੋ ਸੱਤ ਹੈ ਉਹ ਹਿਰਦੇ ਅੰਦਰ ਉਹਦਾ ਗਿਆਨ ਨਹੀਂ ਹੈ। ਜੋ ਅਸੱਤ ਹੈ ਉਸੇ ਨੂੰ ਹੀ ਪ੍ਰੇਮ ਕਰਦਾ ਹੈ, ਉਹੀ ਸਮਝ ਲੈਂਦਾ ਵੀ ਇਹ ਸੱਤ ਹੈ। ਸਾਹਮਣੇ ਸੱਪ ਤੇ ਰੱਸੀ ਵਾਲਾ ਦ੍ਰਿਸ਼ਟਾਂਤ ਜਿਹੜਾ ਭਗਤ ਰਵਿਦਾਸ ਸਾਹਿਬ ਜੀ ਦਿੰਦੇ। ਰੱਸੀ ਨੂੰ ਸੱਪ ਜਾਣ ਲੈਣਾ ਕਹਿਣ ਲੱਗੇ, ਵਾਸਤਵ ਵਿੱਚ ਉਹ ਸੱਪ ਨਹੀਂ ਹੁੰਦਾ। ਦੂਰੋਂ ਇਸ ਤਰ੍ਹਾਂ ਲੱਗਦਾ ਹੈ ਰੱਸੀ ਜਿਹੜੀ ਪਈ ਹੈ ਸੱਪ ਦੇ ਸਮਾਨ ਲੱਗਦੀ ਹੈ। ਇਸੇ ਤਰ੍ਹਾਂ ਕਹਿਣ ਲੱਗੇ ਸੰਸਾਰ ਜਿਹੜਾ ਹੈ ਉਹ ਵੀ ਜੀਵ ਜਿਹੜਾ ਹੈ, ਕਿਉਂਕਿ ਸੰਸਾਰ ਸੱਤ ਨਹੀਂ ਹੈ ਔਰ ਇਹ ਜੀਵ ਜਿਹੜਾ ਹੈ ਇਹਨੂੰ ਸੱਤ ਜਾਣਦਾ ਹੈ। ਸੱਤ ਜੋ ਪਰਮਾਤਮਾ ਹੈ ਜਿਹਨੇ ਸੰਸਾਰ ਬਣਾਇਆ ਔਰ ਉਹਨੂੰ ਅਸੱਤ ਜਾਣਦਾ ਹੈ, ਉਲਟ ਜਾਣ ਲੈਂਦਾ ਹੈ। ਨਾਮ ਇਸੀ ਕੋ ਮਨ ਪਹਿਚਾਨ। ਔਰ ਸਤਿਗੁਰੂ ਦੀ ਕਿਰਪਾ ਦੁਆਰਾ ਜਦੋਂ ਮਨ ਦੇ ਵਿੱਚ, ਕਿਉਂਕਿ ਮਨ ਜਿਹੜਾ ਫੁਰਨਿਆਂ ਦਾ ਵੇਗ ਹੈ, ਮਨ ਹੀ ਜਿਹੜਾ ਹੈ ਘਾੜਤ ਘੜਦਾ ਸੱਤ ਅਤੇ ਅਸੱਤ ਦੀ। ਮਨ ਦੇ ਵਿੱਚ ਹੀ ਸਾਰੇ ਜਿਹੜੇ ਫੁਰਨੇ ਨੇ ਆਉਂਦੇ। ਇੱਕ ਛਿਨ ਦੇ ਵਿੱਚ ਇਹ ਘੜ ਲੈਂਦਾ, ਇੱਕ ਛਿਨ ਦੇ ਵਿੱਚ ਢਾਹ ਦਿੰਦਾ ਹੈ। ਜਬ ਹੈ ਪ੍ਰਾਪਤ ਆਤਮ ਗਿਆਨ। ਜਦੋਂ ਇਹਨੂੰ ਆਤਮ ਗਿਆਨ ਪ੍ਰਾਪਤ ਹੁੰਦਾ ਹੈ, ਅੰਤਰ ਆਤਮੇ ਜਦੋਂ ਸੋਝੀ ਆਉਂਦੀ ਹੈ, ਤਬ ਇਸ ਵਿਦ ਕੋ ਭਾਵ ਵਿਨਾਸੀ। ਫਿਰ ਇਹਦੇ ਹਿਰਦੇ ਅੰਦਰੋਂ ਜੋ ਅਸੱਤ ਦਾ ਭਾਵ ਹੈ ਉਹ ਵਿਨਾਸ਼ ਹੁੰਦਾ ਹੈ, ਉਹ ਮਿਟਦਾ ਹੈ। ਜਿਉ ਕਾ ਤਿਉ ਸੋ ਪਦਾਰਥ ਭਾਸੇ। ਔਰ ਜਿਹੜੇ ਪਦਾਰਥ ਹੁਣ ਇਹਨੂੰ ਚੰਗੇ ਲੱਗਦੇ ਹਨ, ਜੋ ਦਿਸਦਾ ਪਸਾਰਾ ਇਹਨੂੰ ਚੰਗਾ ਲੱਗਦਾ ਹੈ, ਫਿਰ ਇਹ ਦਿਸਦੇ ਪਸਾਰੇ ਦੇ ਵਿੱਚੋਂ ਸੁਰਤ ਜਿਹੜੀ ਹੈ ਉਹ ਉਪਰਾਮ ਹੋ ਜਾਂਦੀ ਹੈ। ਜਬ ਚਿਤ ਸਤ ਇਸ ਵਿਦ ਕੋ ਭਇਓ। ਜਦੋਂ ਚਿੱਤ ਜਿਹੜਾ ਹੈ ਔਰ ਇਸ ਵਿਧੀ ਨੂੰ ਜਾਣ ਲੈਂਦਾ ਹੈ, ਚਿੱਤ ਦੇ ਵਿੱਚ ਸਤ ਰੂਪ ਵਿਧ ਜਿਹੜੀ ਹੈ ਉਹ ਸਮਝ ਆਈ, ਚਿੱਤ ਦੇ ਵਿੱਚ ਗਿਆਨ ਹੋਇਆ ਸਤ ਦਾ। ਤਬ ਸੰਚਤ ਜੁਤ ਮਨ ਚਲ ਜਲ ਗਇਓ। ਫਿਰ ਜਿਹੜੇ ਸੰਚਿਤ ਕਰਮ ਹਨ, ਜਦੋਂ ਸਤ ਦੇ ਨਾਲ ਪ੍ਰੀਤ ਬਣੀ, ਚਿੱਤ ਦੇ ਵਿੱਚ ਸਤ ਦਾ ਵਾਸਾ ਹੋ ਗਿਆ। ਹਜੇ ਤਾਂ ਚਿੱਤ ਦੇ ਵਿੱਚ ਸੰਸਾਰ ਰਹਿੰਦਾ ਹੈ, ਸਾਡਾ ਕੋਈ ਆਪਣਾ ਦੂਰ ਗਿਆ ਹੋਵੇ ਸਾਡੇ ਚੇਤੇ ਵਿੱਚ ਰਹਿੰਦਾ ਹੈ ਔਰ ਉਹਨੂੰ ਵਾਰ-ਵਾਰ ਫੋਨ ਕਰਦਾ ਵੀ ਕਿੱਥੇ ਕੁ ਪਹੁੰਚ ਗਿਆ, ਸਿਰੇ ਲੱਗ ਗਿਆ ਕਿ ਨਹੀਂ ਲੱਗ ਗਿਆ। ਸਾਡੇ ਚੇਤੇ ਵਿੱਚ ਉਹ ਹੈ ਸੰਸਾਰ ਦਾ ਜਿਹੜਾ ਪਿਆਰ ਹੈ, ਰਿਸ਼ਤੇਦਾਰ, ਸਾਕ ਸੰਬੰਧੀ ਕਿੰਨੇ ਸਾਲਾਂ ਬਾਅਦ ਮਿਲੇ ਹੋਣ, ਉਹਨਾਂ ਦਾ ਨਾਮ ਜਿਹੜਾ ਹੈ ਸਾਨੂੰ ਯਾਦ ਆ ਜਾਂਦਾ। ਸਾਡੇ ਚੇਤੇ ਵਿੱਚ ਇੱਕ ਮੈਮੋਰੀ ਬਣੀ ਹੋਈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਨਹੀਂ, ਥੋੜ੍ਹਾ ਹੀ ਸਮਾਂ ਆਉਂਦਾ ਜਦ ਸਵੇਰੇ ਉੱਠਦਾ ਹੈ ਜਾਂ ਸ਼ਾਮ ਦੇ ਵੇਲੇ ਪਰਮੇਸ਼ਰ ਦਾ ਨਾਮ ਲੈਂਦਾ ਹੈ। ਹਰ ਕੋਈ ਨਹੀਂ ਚੇਤੇ ਦੇ ਵਿੱਚ ਪਰਮੇਸ਼ਰ ਦਾ ਨਾਮ ਰੱਖੇ, ਚੇਤੇ ਵਿੱਚ ਸੱਤ ਦੀ ਯਾਦ ਰਹੇ। ਸੰਸਾਰੀ ਜੀਵਾਂ ਦੇ ਬਹੁਤ ਘੱਟ, ਕਿਉਂਕਿ ਸੰਸਾਰ ਨਾਲ ਪਿਆਰ ਹੈ, ਸੰਸਾਰ ਨਾਲ ਸਾਂਝ ਹੈ, ਆਪਣੇ ਪਰਿਵਾਰ ਦੀ ਔਰ ਸੰਸਾਰ ਦੀ ਰਿਸ਼ਤੇਦਾਰ ਸਾਕ ਸੰਬੰਧੀਆਂ ਦਾ ਜਿਹੜਾ ਚੇਤਾ ਹੈ ਉਹ ਸਦਾ ਹੀ ਚਿੱਤ ਵਿੱਚ ਜਿਹੜਾ ਉਹ ਸਮਾਇਆ ਹੋਇਆ। ਕਿੰਨੇ ਸਾਲਾਂ ਬਾਅਦ ਕੋਈ ਮਿਲੇ, ਉਹਨਾਂ ਦੇ ਨਾਮ, ਉਹਨਾਂ ਦਾ ਸਮਾਂ, ਇੰਨੇ ਚਿਰ ਬਾਅਦ ਤੁਸੀਂ ਸਾਨੂੰ ਮਿਲੇ ਹੋ, ਇੰਨਾ ਸਮਾਂ ਹੋ ਗਿਆ। ਪਰ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੇ ਪ੍ਰਤੀ ਕਿੰਨਾ ਕੁ ਪਿਆਰ ਹੈ, ਕਿੰਨਾ ਸਮਾਂ ਹੋ ਗਿਆ ਸਾਨੂੰ ਪਰਮੇਸ਼ਰ ਦਾ ਨਾਮ ਲਏ ਬਿਨਾਂ, ਕਿੰਨਾ ਪਹਿਰ, ਕਿੰਨੇ ਘੰਟੇ ਬਤੀਤ ਹੋ ਗਏ, ਕਿੰਨਾ ਸਮਾਂ ਜਿਹੜਾ ਗੁਜ਼ਰ ਗਿਆ, ਇਹ ਚੇਤੇ ਵਿੱਚ ਨਹੀਂ ਆਉਂਦਾ। ਜਦੋਂ ਚੇਤੇ ਵਿੱਚ ਆ ਜਾਏ ਸਤ ਵਾਹਿਗੁਰੂ ਪਰਮੇਸ਼ਰ, ਜਦੋਂ ਚੇਤੇ ਵਿੱਚ ਸਤ ਦਾ ਵਾਸ ਹੋ ਜਾਏ, ਦੂਸਰੇ ਜਿਹੜੇ ਫੁਰਨੇ ਹਨ ਚੇਤੇ ਦੇ ਵਿੱਚੋਂ ਉਹ ਫੁਰਨੇ ਨਾਸ਼ ਹੋ ਜਾਣ।
ਅਜਾਮਲ ਨੂੰ ਚੇਤੇ ਵਿੱਚ ਅੰਤ ਕਾਲ ਦੇ ਸਮੇਂ ਸੱਤ ਚੇਤੇ ਆਇਆ। ਨਾਰਾਇਣ ਵਾਹਿਗੁਰੂ ਪਰਮੇਸ਼ਰ ਜੋ ਸੱਤ ਹੈ, ਜਦੋਂ ਸੱਤ ਦਾ ਚੇਤਾ ਆਇਆ, ਸੱਤ ਦਾ ਰੂਪ ਹੋ ਗਿਆ, ਸੱਤ ਵਿੱਚ ਸਮਾ ਗਿਆ। ਕਿੰਨੇ ਪਾਪ ਕਰਮ ਸਨ ਅਜਾਮਲ ਦੇ, ਔਰ ਜਦੋਂ ਸੱਤ ਚੇਤੇ ਵਿੱਚ ਵਸਿਆ, ਸਾਰੇ ਜਿਹੜੇ ਪਾਪ ਕਰਮ ਸਨ ਉਹ ਮਿਟ ਗਏ, ਨਾਸ਼ ਹੋ ਗਏ। ਕਿਉਂਕਿ ਪਰਮੇਸ਼ਰ ਦਾ ਸਮਰੱਥ ਹੈ, ਸਾਰੇ ਜਿਹੜੇ ਕਰਮ ਹਨ ਉਹ ਫਿਰ ਮਿਟਾ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ, ਜਦੋਂ ਕੋਈ ਉਹਦੀ ਸ਼ਰਨ ਵਿੱਚ ਆਉਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਸਤਿਗੁਰੂ ਤਾਂ ਗਲ ਵਕੜੀ ਪਾਉਂਦਾ, ਕੋਈ ਅੱਗੇ ਤੁਰੇ, ਕੋਈ ਪੁਲਾਂਘ ਪੁੱਟੇ, ਔਰ ਹਿਰਦੇ ਅੰਦਰ ਇਹ ਸੱਤ ਦਾ ਜਿਹੜਾ ਚੇਤਾ ਹੈ ਉਹ ਆਵੇ, ਔਰ ਉੱਠ ਕਰਕੇ ਤਾਂਘ ਹੋਵੇ ਚੇਤੇ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ। ਜਦੋਂ ਹੀ ਅੱਖ ਖੁੱਲ੍ਹਦੀ ਹੈ ਉਦੋਂ ਹੀ ਵਾਹਿਗੁਰੂ ਪਰਮੇਸ਼ਰ ਦਾ ਚੇਤਾ ਆਵੇ, ਉਦੋਂ ਹੀ ਮੁੱਖ ਵਿੱਚੋਂ ਨਿਕਲੇ ਵਾਹਿਗੁਰੂ ਰਾਮ। ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਤੂੰ ਸੁੱਤਾ ਪਿਆ ਸੁਪਨੇ ਦੇ ਵਿੱਚ, ਤੇਰੀ ਅੱਖ ਖੁੱਲ੍ਹੀ ਹੈ, ਬਰੜਾ ਕੇ ਉੱਠਿਆ ਸੁਪਨੇ ਦੇ ਵਿੱਚ। ਕਈ ਵਾਰ ਸੁਪਨਾ ਐਸਾ ਹੁੰਦਾ ਹੈ ਬਰੜਾ ਕੇ ਉੱਠਦਾ ਜੀ, ਕਹਿਣ ਲੱਗੇ ਸੁਪਨੇ ਵਿੱਚ ਜਦੋਂ ਤੂੰ ਬਰੜਾ ਕੇ ਉੱਠਦਾ, ਤੇਰੇ ਮੁੱਖ ਵਿੱਚੋਂ ਬਰੜਾਉਣ ਦੀ ਆਵਾਜ਼ ਕਿਹੜੀ ਆਵੇ? ਰਾਮ ਰਾਮ ਰਾਮ। ਕਬੀਰ ਸੁਪਨਾ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾਨ। ਉਹਦੇ ਪੈਰਾਂ ਦੀ ਜੁੱਤੀ ਬਣਾ ਦਵੇ ਮੇਰੇ ਤਨ ਦੀ, ਕਹਿਣ ਲੱਗੇ ਮੇਰੀ ਖੱਲ ਦੀ ਉਹਦੇ ਪੈਰਾਂ ਦੀ ਜੁੱਤੀ ਬਣਾ ਕੇ ਪਾ ਦਿਆਂ, ਜਿਹਦੇ ਮੁਖ ਵਿੱਚ ਸੁਪਨੇ ਵਿੱਚ ਵੀ ਰਾਮ ਰਹਿੰਦਾ ਹੈ। ਸਦਾ ਹੀ ਜਿਹੜਾ ਰਾਮ ਨੂੰ ਚੇਤੇ ਕਰਦਾ ਹੈ। ਜਦੋਂ ਚਿੱਤ ਦੇ ਵਿੱਚ ਸੱਤ ਦਾ ਚੇਤਾ ਹੋਵੇ, ਕਹਿੰਦੇ ਫਿਰ ਜਿਹੜੇ ਕਰਮ ਹਨ ਸੰਚ ਦੇ ਇਕੱਠੇ ਕੀਤੇ ਹੋਏ, ਇਹ ਮਿਟ ਜਾਂਦੇ ਹਨ, ਇਹ ਨਾਸ਼ ਹੋ ਜਾਂਦੇ ਹਨ। ਜਿਵੇਂ ਮੰਦਰ ਜੁਤ ਜਲਿਓ ਅਨਾਜ, ਜਿਵੇਂ ਮੰਦਰ ਵਿੱਚ ਪਿਆ ਹੋਇਆ ਅਨਾਜ ਸੜ ਜਾਂਦਾ ਹੈ, ਉਨ ਅੰਕੁਰ ਨਹੀਂ ਉਪਰਾਜ। ਫਿਰ ਉਹ ਅਨਾਜ ਜਿਹੜਾ ਹੈ ਜਦੋਂ ਅੱਗ ਦੇ ਨਾਲ ਸੜ ਕੇ ਸੁਆਹ ਹੋ ਗਿਆ, ਫਿਰ ਉਹ ਉੱਗਦਾ ਨਹੀਂ ਹੈ, ਅੰਕੁਰ ਫਿਰ ਉਹ ਪੁੰਗਰਦਾ ਨਹੀਂ ਹੈ। ਕਿਰੇ ਬਾਨ ਜੋ ਕਰਨ ਕਰਾਹੀ, ਜੋ ਕਿਰਿਆਮਾਨ ਕਰਮ ਕਰ ਰਿਹਾ ਹੈ ਆਪਣੇ ਜੀਵਨ ਵਿੱਚ ਰਹਿੰਦਿਆਂ ਵਰਤਮਾਨ ਸਮੇਂ ਜਿਹੜੇ ਕਰਮ ਕਰਦਾ ਹੈ, ਗਿਆਨੀ ਕੇ ਉਪਜਤ ਸੋ ਨਾਹੀ। ਗਿਆਨੀ ਦੇ ਜਿਹੜੇ ਇਹ ਕਰਮ ਹਨ, ਜਿਹੜਾ ਗਿਆਨਵਾਨ ਹੈ, ਜਿਹਨੂੰ ਸੋਝੀ ਆ ਗਈ ਵੀ ਕਰਮ ਜਿਹੜੇ ਹਨ ਇਹਨਾਂ ਦਾ ਫਲ ਮੈਨੂੰ ਮਿਲਣਾ ਹੈ, ਕਿਉਂਕਿ ਭੋਗਣਾ ਪੈਣਾ ਜੋ ਕਰਮ ਕਰ ਰਿਹਾ ਹੈ। ਜਿਹਨੂੰ ਗਿਆਨ ਹੋ ਗਿਆ ਆਪਣੇ ਕਰਮਾਂ ਦਾ, ਫਿਰ ਉਹ ਸ਼ੁਭ ਕਰਮ ਕਰੇਗਾ, ਹਮੇਸ਼ਾ ਭਲੇ ਵਾਲੇ ਕਰਮ ਕਰੇਗਾ, ਜਿਹਦਾ ਫਲ ਜਿਹੜਾ ਹੈ ਉਹ ਸਤ ਵਾਹਿਗੁਰੂ ਪਰਮੇਸ਼ਰ ਇਹਨੂੰ ਸਤ ਰੂਪੀ ਫਲ ਪ੍ਰਾਪਤ ਹੋਵੇ। ਇਸ ਕਰਕੇ ਗਿਆਨੀ ਦੇ ਜਿਹੜੇ ਕਰਮ ਹਨ, ਫਿਰ ਉਹ ਸਰੀਰ ਵਿੱਚ ਰਹਿੰਦਿਆਂ ਆਪਣੇ ਕਰਮਾਂ ਦੀ ਗਤੀ ਨੂੰ ਮੇਟ ਲੈਂਦਾ ਹੈ, ਨਾਸ਼ ਕਰ ਲੈਂਦਾ ਹੈ। ਪਰਾਰਬਧ ਕਰ ਕਿਰਿਆ ਜੁਠਾਨ, ਜਿਹੜੀ ਪਰਾਲਬਧ ਜੋ ਪੂਰਬਲੇ ਭਾਗਾਂ ਦੀ ਨਿਸ਼ਾਨੀ, ਜੋ ਇਹਦੇ ਭਾਗਾਂ ਵਿੱਚ ਇਹਨੂੰ ਮਿਲਿਆ ਹੈ, ਹੋਤ ਅਨਾਤਮ ਜੁਤ ਅਭਿਮਾਨ। ਔਰ ਇਹ ਜਿਹੜੇ ਪਰਾਲਬਧ ਕਰਮ ਹਨ, ਉਸ ਅਨਾਤਮ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਪਰਾਲਬਧ ਕਰਮਾਂ ਨੂੰ ਭੋਗਦਿਆਂ ਹੋਇਆਂ ਉਹਦੀ ਰਜਾ ਵਿੱਚ ਰਹਿ ਕਰਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਵਹੀ ਕਿਰਿਆ ਹੋਵੇ ਕਿਰੇ ਮਾਨ। ਔਰ ਪਰਾਰਬਧ ਜਿਹੜੀ ਹੈ, ਪਰਾਰਬਧ ਅਨੁਸਾਰ ਸਾਨੂੰ ਜੀਵਨ ਮਿਲਿਆ, ਔਰ ਜੀਵਨ ਵਿੱਚ ਰਹਿ ਕਰਕੇ ਜਿਹੜੇ ਕਰਮ ਕਰਦਾ ਹੈ ਉਹ ਕਿਰਿਆਮਾਨ ਹੋ ਜਾਂਦੇ। ਗਿਆਨੀ ਨੇ ਆਪਣੇ ਕਰਮ ਜਿਹੜੇ ਸੀ ਉਹ ਮਿਟਾ ਲਏ, ਜਿਹੜਾ ਅਗਿਆਨੀ ਹੈ ਉਹ ਫਿਰ ਜਿਉਂ-ਜਿਉਂ ਕਰਮ ਕਰਦਾ ਹੈ ਉਹਨਾਂ ਦਾ ਫਲ ਉਹਨੂੰ ਅੱਗੇ ਭੋਗਣਾ ਪੈਂਦਾ ਹੈ। ਜਾਤ ਪ੍ਰਣਮਤ ਅਪਰ ਵਿਧਾਨ। ਔਰ ਜਿਹੜੇ ਕਿਰਿਆਮਾਨ ਕਰਮ ਹਨ, ਕਿਰਿਆਮਾਨ ਕਰਮ ਜਦੋਂ ਇਹਨਾਂ ਦੇ ਬਾਰੇ ਇਹਨੂੰ ਸੋਝੀ ਹੁੰਦੀ ਹੈ, ਇਹਨਾਂ ਦਾ ਪ੍ਰਮਾਣ ਪਤਾ ਲੱਗਦਾ ਹੈ, ਸੋਈ ਕਿਰਿਆਹੀਨ ਅਭਿਮਾਨ। ਔਰ ਫਿਰ ਇਹਦੇ ਹਿਰਦੇ ਅੰਦਰੋਂ ਕਹਿਣ ਲੱਗੇ ਅਭਿਮਾਨੀ ਹੋਣ ਕਰਕੇ
ਇਹ ਜਿਹੜੇ ਕਰਮ ਹਨ ਫਿਰ ਅੱਗੇ ਇਹਨੂੰ ਜਨਮ ਵੱਲ ਲੈ ਕਰਕੇ ਜਾਂਦੇ ਹਨ। ਉਪਜੈ ਨਹੀਂ ਕਦਾਚਿਤ ਜਾਨ। ਜਦੋਂ ਗਿਆਨ ਹੋ ਜਾਂਦਾ ਹੈ, ਅਗਿਆਨ ਦਾ ਨਾਸ਼ ਹੋ ਜਾਂਦਾ ਹੈ, ਫਿਰ ਕਿਰਿਆਮਾਨ ਜਿਹੜੇ ਕਰਮ ਆਪਣੇ ਸਰੀਰ ਵਿੱਚ ਰਹਿੰਦੇ ਆ, ਇਹਨਾਂ ਕਰਮਾਂ ਨੂੰ ਇਹ ਸਫਲੇ ਬਣਾਉਂਦਾ ਹੈ। ਫਿਰ ਦੁਬਾਰਾ ਮਨੁੱਖਾ ਜੀਵਨ ਦੀ ਉਪਜ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ ਹੈ। ਪਰਲਬਧ ਤੇ ਹੋਏ ਕਿਰਮਾਨ। ਪਰਾਲਬਧ ਕਰਮਾਂ ਤੋਂ ਕਿਰਿਆਮਾਨ ਕਰਮ ਜਿਹੜੇ ਹਨ ਉਹ ਅੱਗੇ ਉਪਜਦੇ ਪੈਦਾ ਹੁੰਦੇ ਹਨ। ਭੋਜਨ ਰੂਪ ਕਿਰਿਆ ਜਿਮ ਠਾਨ। ਕਿਉਂਕਿ ਕਿਰਿਆ ਹੈ, ਭੋਜਨ ਮੁਖ ਵਿੱਚ ਪਾਇਆ, ਇਹ ਕਿਰਿਆ ਹੈ। ਅਸੀਂ ਜੋ ਥਾਲ ਦੇ ਵਿੱਚੋਂ ਚੱਕ ਕਰਕੇ ਗਰਾਹੀ ਆਪਣੇ ਮੁਖ ਵਿੱਚ ਪਾਉਂਦੇ, ਇਹ ਕਿਰਿਆ ਹੈ। ਜਦੋਂ ਸਰੀਰ ਤੱਕ ਜਾਂਦੀ ਹੈ, ਇਹ ਸਾਡੀ ਕਿਰਿਆ ਹੈ। ਪਰਲਬਧ ਕੋ ਰੂਪੈ ਸੋਏ। ਪਰਾਰਬਧ ਜਿਹੜੀ ਹੈ, ਕਿਉਂਕਿ ਸਾਨੂੰ ਜਿਹੜਾ ਭੋਜਨ ਮਿਲਿਆ, ਜੋ ਪਦਾਰਥ ਮਿਲੇ ਹਨ, ਪਰਾਰਬਧ ਕਰਕੇ ਮਿਲੇ ਹਨ। ਭੋਜਨ ਕਰੇ ਪੁਸ਼ਟਤਾ ਜੋਏ। ਔਰ ਫਿਰ ਅੱਗੇ ਜਿਹੜਾ ਭੋਜਨ ਕਿਰਿਆ ਅਸੀਂ ਕੀਤੀ, ਅੱਗੇ ਜਿਹੜਾ ਪੁਸ਼ਟ ਹੋਣਾ ਹੈ, ਹਜਮ ਹੋਣਾ ਹੈ ਭੋਜਨ। ਸੋ ਕਿਰਿਆਮਾਨ ਰੂਪ ਪਹਿਚਾਨ। ਅੱਗੇ ਫਿਰ ਇਹਦਾ ਜਿਹੜਾ ਫਲ ਹੈ, ਕਹਿਣ ਲੱਗੇ ਭੋਜਨ ਨੇ ਅੱਗੇ ਜਾ ਕਰਕੇ ਖੂਨ ਬਣਾਉਣਾ ਹੈ। ਖੁਰਾਕ, ਆਹਾਰ ਤੋਂ ਖੁਰਾਕ ਬਣਦੀ, ਖੁਰਾਕ ਤੋਂ ਜਿਹੜਾ ਹੈ ਉਹ ਖੂਨ ਬਣਦਾ ਹੈ। ਔਰ ਖੂਨ ਜਿਹੜਾ ਬਣਿਆ, ਭੋਜਨ ਨੇ ਸਾਨੂੰ ਜਿਹੜਾ ਇਹ ਫਲ ਦਿੱਤਾ ਹੈ, ਇਹ ਸਾਡਾ ਕਿਰਿਆਮਾਨ ਕਰਮ ਹੈ। ਦੇਹ ਸਰਜ ਸੋ ਪੁਸ਼ਟ ਨ ਜਾਨ। ਔਰ ਜਦੋਂ ਸਾਡਾ ਸਰੀਰ ਜਿਹੜਾ ਹੈ ਅਰੋਗੀ ਹੈ, ਸਰੀਰ ਨੂੰ ਕੋਈ ਰੋਗ ਨਹੀਂ ਹੈ, ਉਦੋਂ ਹੀ ਸਾਡੀ ਜਿਹੜੀ ਪਾਚਨ ਕਿਰਿਆ ਸ਼ੁੱਧ ਹੈ, ਚੰਗੀ ਹੈ। ਫਿਰ ਇਹ ਜਿਹੜਾ ਭੋਜਨ ਹੈ ਅੰਦਰ ਪਚਦਾ ਹੈ, ਫਿਰ ਇਹਦਾ ਖੂਨ ਬਣਦਾ ਹੈ। ਜੇ ਅਰੋਗ ਸੋ ਪੁਸ਼ਟ ਵਡੇਰੀ। ਜੇ ਅਰੋਗਤਾ ਹੈ ਔਰ ਸਰੀਰ ਜਿਹੜਾ ਹੈ ਰਿਸ਼ਟ ਪੁਸ਼ਟ ਹੈ। ਤੀਸੀ ਪ੍ਰਕਾਰ ਜੁਗਤ ਲਿਓ ਹੇਰੀ। ਇਸੇ ਪ੍ਰਕਾਰ ਕਹਿਣ ਲੱਗੇ ਕਰਮਾਂ ਦੀ ਜਿਹੜੀ ਜੁਗਤ ਹੈ ਉਹ ਜਾਣ ਲੈਣਾ ਕਰੋ। ਜਿਵੇਂ ਭੋਜਨ ਸਰੀਰ ਵਿੱਚ ਗਿਆ, ਸਰੀਰ ਅਰੋਗੀ ਹੈ, ਸਰੀਰ ਨੂੰ ਕੋਈ ਰੋਗ ਨਹੀਂ, ਔਰ ਖਾਧਾ ਹੋਇਆ ਭੋਜਨ ਉਹਦਾ ਫਿਰ ਸਾਨੂੰ ਫਲ ਮਿਲਦਾ ਹੈ, ਸਰੀਰ ਨੂੰ ਉਹਦੀ ਐਨਰਜੀ ਮਿਲਦੀ ਹੈ, ਭੋਜਨ ਤੋਂ ਫਿਰ ਖੂਨ ਬਣਦਾ ਹੈ। ਹੋਏ ਕਿਰਿਆ ਜੁਤ ਤਨ ਅਭਿਮਾਨ। ਔਰ ਕਿਰਿਆ ਕਰਕੇ ਕਹਿਣ ਲੱਗੇ ਇਹ ਸਾਰੀ ਸਰੀਰ ਦੀ ਕਿਰਿਆ ਹੈ। ਕਿਰਿਆ ਕਰਕੇ ਇਹ ਜਿਹੜਾ ਫਲ ਹੈ ਸਾਨੂੰ ਪ੍ਰਾਪਤ ਹੋਇਆ ਹੈ। ਸੋਏ ਕਿਰਿਆ ਹੈ ਉਪਜਨਵਾਨ। ਔਰ ਇਹੀ ਕਿਰਿਆ ਦਾ ਜਿਹੜਾ ਫਲ ਹੈ, ਕਹਿਣ ਲੱਗੇ ਕਿਉਂਕਿ ਜਿਹੜਾ ਕਿਰਿਆ ਹੋ ਰਹੀ ਹੈ ਸਰੀਰ ਦੀ, ਕਰਮ ਹੋ ਰਿਹਾ, ਇਸੇ ਦੇ ਕਿਰਿਆ ਤੋਂ ਹੀ ਫਲ ਜਿਹੜਾ ਹੈ ਉਹ ਉਪਜਦਾ ਹੈ। ਤਨ ਅਭਿਮਾਨ ਨ ਗਿਆਨੀ ਧਰੈ। ਤਨ ਦਾ ਜਿਹੜਾ ਅਭਿਮਾਨ ਹੈ ਉਹ ਗਿਆਨੀ ਨਹੀਂ ਆਪਣੇ ਮਨ ਵਿੱਚ ਧਾਰਨ ਕਰਦਾ, ਕਿਉਂਕਿ ਤਨ ਕਿਰਿਆ ਜਿਹੜੀ ਹੈ, ਜਿਹੜੀ ਪਰਾਰਬਧ ਹੈ, ਪਰਾਰਬਧ ਕਰਕੇ ਸਾਨੂੰ ਭੋਜਨ ਮਿਲਿਆ। ਜਿਨ੍ਹਾਂ ਨੂੰ ਸਮਝ ਆ ਗਈ, ਹੁਣ ਸਤਿਗੁਰੂ ਦੀ ਬਾਣੀ ਸਾਨੂੰ ਜਣਾਉਂਦੀ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਕਿਉਂਕਿ ਖਸਮ ਦੇ ਹੱਥ ਵਿੱਚ ਸਾਡੀ ਨੱਥ ਹੈ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਸਾਡੇ ਗਲ ਵਿੱਚ ਉਹਨੇ ਜੇਵਰੀ ਜੰਜੀਰ ਪਾਈ ਹੋਈ, ਜਿੱਧਰ ਨੂੰ ਖਿੱਚਦਾ ਹੈ ਉਧਰ ਨੂੰ ਅਸੀਂ ਜਾਂਦੇ ਹਾਂ। ਸਾਡੀ ਆਪਣੀ ਮਰਜ਼ੀ ਨਹੀਂ ਹੈ। ਮੈਂ ਤਾਂ ਕੁੱਤਾ ਹਾਂ ਔਰ ਮੇਰੇ ਗਲ ਵਿੱਚ ਉਹਨੇ ਪਟਾ ਪਾਇਆ ਹੋਇਆ ਪਰਮੇਸ਼ਰ ਨੇ, ਜਿੱਧਰ ਨੂੰ ਉਹ ਲੈ ਕੇ ਜਾਂਦਾ ਹੈ ਮੈਂ ਉਧਰ ਨੂੰ ਹੀ ਜਾਂਦਾ। ਮਹਾਰਾਜ ਜੀ ਕਹਿੰਦੇ ਖਸਮ ਦੇ ਹੱਥ ਵਿੱਚ ਹੈ ਸਾਡੀ ਨੱਥ, ਜਿਹੜੀ ਸਾਡੇ ਨੱਕ ਵਿੱਚ ਨੱਥ ਪਾਈ ਹੋਈ, ਉਹ ਖਸਮ ਦੇ ਹੱਥ ਵਿੱਚ ਹੈ। ਜਿੱਧਰ ਨੂੰ ਉਹ ਧੱਕਾ ਦਿੰਦਾ ਅਸੀਂ ਉਧਰ ਨੂੰ ਜਾਣਾ। ਔਰ ਇਹ ਜਿਹੜੀ ਸਾਡੀ ਕਿਰਤ ਹੈ, ਕੀਤੇ ਹੋਏ ਕਰਮ, ਇਹ ਧੱਕਾ ਦਿੰਦੇ ਹਨ ਸਾਨੂੰ। ਕਰਮ ਜਿਹੜੇ ਹਨ ਉਹ ਫਿਰ ਅੱਗੇ ਸਰੀਰ ਵਿੱਚ ਲੈ ਕੱਜ ਕੇ ਜਾਂਦੇ, ਕਿਰਤ ਧੱਕੇ ਦੇ ਜਿਹੜੇ ਸਾਡੇ ਕਿਰਿਆਮਾਨ ਕਰਮ ਹਨ, ਉਸੇ ਦਾ ਹੀ ਫਲ ਸਾਨੂੰ ਅੱਗੇ ਮਿਲਣਾ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ।
ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਲਿਖਿਆ ਉਸੇ ਤਰ੍ਹਾਂ ਹੀ ਖਾਣਾ ਉਹ ਭੋਗਣਾ ਹੈ, ਔਰ ਇਹ ਸੱਚ ਹੈ। ਇਸ ਕਰਕੇ ਗਿਆਨੀ ਨੂੰ ਸੋਝੀ ਆ ਗਈ। ਗਿਆਨੀ ਨੇ ਆਪਣੇ ਤਨ ਦਾ ਜਿਹੜਾ ਅਭਿਮਾਨ ਹੈ, ਤਨ ਹੰਗਤਾ ਆਪਣੇ ਹਿਰਦੇ ਅੰਦਰੋਂ ਤਿਆਗ ਦਿੱਤੀ। ਉਹ ਪਰਮੇਸ਼ਰ ਦੀ ਰਜ਼ਾ ਉਹਦੇ ਭਾਣੇ ਵਿੱਚ ਰਹਿੰਦਾ ਹੈ। ਜਾਂ ਤੇ ਨਹੀਂ ਬੰਦ ਕੋ ਕਰੇ, ਔਰ ਫਿਰ ਉਹ ਬੰਧਨ ਵਿੱਚ ਨਹੀਂ ਪੈਂਦਾ, ਬੰਧਨ ਤੋਂ ਮੁਕਤ ਹੋ ਜਾਂਦਾ ਹੈ। ਕਰਮ ਮਾਲ ਸਭ ਕੇ ਗਲ ਪਰੀ, ਕਰਮਾਂ ਦੀ ਜਿਹੜੀ ਮਾਲਾ ਹੈ ਸਭਨਾਂ ਦੇ ਗਲ ਵਿੱਚ ਪਈ ਹੋਈ ਹੈ। ਤਨ ਹੰਤਾ ਤਿਆਗੇ ਤਿਨ ਹਰੀ, ਔਰ ਇਹ ਜਿਹੜੀ ਮਾਲਾ ਲੈਂਦੀ ਕਿਵੇਂ ਹੈ? ਜਦੋਂ ਤਨ ਹੰਗਤਾ ਤਿਆਗੇ, ਜਦੋਂ ਆਪਣੀ ਮੈਂ ਹਿਰਦੇ ਅੰਦਰੋਂ ਚਲੀ ਜਾਏ, ਤਨ ਦਾ ਅਭਿਮਾਨ ਜਿਹਨੂੰ ਇਹ ਸੱਤ ਜਾਣਦਾ ਹੈ, ਜਦੋਂ ਅਸੱਤ ਨੂੰ ਕਹਿਣ ਲੱਗੇ ਇਹ ਅਸੱਤ ਜਾਣੇ ਔਰ ਸੱਚ ਨੂੰ ਸੱਚ ਜਾਣੇ, ਫਿਰ ਹਿਰਦੇ ਅੰਦਰੋਂ ਇਹ ਜਿਹੜੀ ਤਨ ਹੰਗਤਾ ਨਾਸ਼ ਹੁੰਦੀ। ਪਰਮੇਸ਼ਰ ਦੀ ਰਜ਼ਾ, ਉਹਦਾ ਹੁਕਮ ਕੀ ਹੈ, ਫਿਰ ਇਹਨੂੰ ਸਮਝ ਆਉਂਦੀ। ਔਰ ਫਿਰ ਇਹ ਕਰਮਾਂ ਦੀ ਮਾਲਾ ਜਿਹੜੀ ਹੈ ਇਹਦੇ ਗਲ ਵਿੱਚੋਂ ਲੈਂਦੀ ਹੈ। ਤਿੰਨ ਟੁੱਟੀ ਜਮ ਕੀ ਫਾਂਸੀ। ਜਿਨ੍ਹਾਂ ਨੇ ਧਿਆਇਆ ਵਾਹਿਗੁਰੂ ਪਰਮੇਸ਼ਰ ਨੂੰ, ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਉਹ ਧਨ ਹਨ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ। ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰ ਜਾਵਾਂ। ਔਰ ਉਹਨਾਂ ਨੇ ਪ੍ਰਭੂ ਨੂੰ ਧਿਆਗ ਕਰਕੇ ਆਪਣੇ ਗਲ ਵਿੱਚੋਂ ਜਿਹੜੀ ਜਮਾਂ ਦੀ ਫਾਹੀ ਸੀ, ਕਰਮਾਂ ਦੀ ਜਿਹੜੀ ਫਾਹੀ ਸੀ, ਉਹ ਲਾ ਦਿੱਤੀ। ਕਰਮ ਮਾਲ ਜਿਹੜੀ ਹੈ ਕਦੋਂ ਲਹਿੰਦੀ ਹੈ? ਜਦੋਂ ਸੱਤ ਦਾ ਗਿਆਨ ਹੁੰਦਾ, ਤਨ ਹੰਗਤਾ ਦਾ ਆਪਣੇ ਹਿਰਦੇ ਅੰਦਰੋਂ ਨਾਸ਼ ਕਰਦਾ ਹੈ। ਬਿਨਾ ਤਿਆਗ ਤੇ ਅਨੇਕ ਕਲੇਸ਼, ਜਿੰਨੀ ਦੇਰ ਇਹ ਮਾਲਾ ਗਲ ਵਿੱਚੋਂ ਲਹਿੰਦੀ ਨਹੀਂ, ਫਿਰ ਅਨੇਕਾਂ ਹੀ ਜੀਵਨ ਅੰਦਰ ਕਲੇਸ਼ ਰਹਿੰਦੇ ਹਨ। ਜਨਮ ਮਰਨ ਕੇ ਕਸ਼ਟ ਅਸ਼ੇਸ਼, ਕਲੇਸ਼ ਕਰਕੇ ਕਹਿਣ ਲੱਗੇ ਜਨਮ ਮਰਨ ਦਾ ਜਿਹੜਾ ਕਸ਼ਟ ਹੈ ਉਹ ਅਵਸ਼ ਜੀਵਨ ਨੂੰ ਇਹ ਪ੍ਰਾਪਤ ਹੁੰਦਾ। ਜਨਮ ਮਰਨ ਦਾ ਜਿਹੜਾ ਦੁੱਖ ਹੈ ਫਿਰ ਇਹ ਭੋਗਦਾ ਹੈ। ਜਾਂ ਤੇ ਸਤਿਗੁਰ ਨੇ ਬਹੁ ਪਾਰ, ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਅੰਦਰ ਗੁਰੂ ਸਾਹਿਬ ਜੀ ਨੇ ਇੱਕ ਵਾਰ ਨਹੀਂ ਬਹੁਤ ਵਾਰ ਦਰਸਾਇਆ ਹੈ। ਵਰਣਨ ਕੀਨੋ ਗ੍ਰੰਥ ਮਝਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਬਿਆਨ ਕੀਤਾ ਹੈ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੀਵ ਆਉਂਦਾ ਹੈ ਔਰ ਹਉ ਵਿੱਚ ਹੀ ਜੀਵ ਚਲਿਆ ਜਾਂਦਾ ਹੈ। ਹਉ ਕੀ ਹੈ? ਤਨ ਹੰਗਤਾ ਹੰਕਾਰ ਹਉਮੈ ਵਿੱਚ ਆਉਂਦਾ ਹੈ, ਹਉਮੈ ਵਿੱਚ ਹੀ ਸੰਸਾਰ ਤੋਂ ਚਲਿਆ ਜਾਂਦਾ। ਔਰ ਹਉਮੈ ਨੂੰ ਹਿਰਦੇ ਅੰਦਰੋਂ ਨਾਸ਼ ਕਰਨ ਦਾ ਜਿਹੜਾ ਤਰੀਕਾ ਹੈ ਉਹ ਸਤਿਗੁਰਾਂ ਨੇ ਦੱਸਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਅੰਦਰ ਜਪਜੀ ਸਾਹਿਬ ਅਸੀਂ ਰੋਜ਼ ਪੜ੍ਹਦੇ ਹਾਂ। ਔਰ ਜੇ ਜਪਜੀ ਸਾਹਿਬ ਚਿੱਤ ਦੀ ਇਕਾਗਰਤਾ ਦੁਆਰਾ ਪੜ੍ਹ ਲਿਆ ਜਾਏ, ਜੇ ਸਾਨੂੰ ਭਾਵ ਸਮਝ ਆ ਜਾਏ ਜਪਜੀ ਸਾਹਿਬ ਦਾ, ਫਿਰ ਜਿਹੜੀ ਹਉ ਹੈ ਹਿਰਦੇ ਅੰਦਰੋਂ ਚਲੇ ਜਾਂਦੀ। ਹਉਮੈ ਮਿਟਦੀ ਕਿਵੇਂ ਹੈ? ਸਚਿਆਰਾ ਕਿਵੇਂ ਹੋਈਦਾ ਹੈ? ਮਹਾਰਾਜ ਜੀ ਕਹਿੰਦੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਕੂੜ ਦੀ ਕੰਧ ਜਿਹੜੀ ਬਣੀ ਹੋਈ, ਤਨ ਹੰਗਤਾ ਜਿਹੜੀ ਹੈ, ਜੋ ਦਿਸ ਰਿਹਾ ਪਸਾਰਾ ਹੈ ਝੂਠਾ, ਪਰ ਇਹਨੂੰ ਸੱਚ ਜਾਣਦੀ ਹੈ। ਕੰਧ ਬਣ ਗਈ, ਦੀਵਾਰ ਖੜੀ ਹੋ ਗਈ, ਪਰਦਾ ਬਣ ਗਿਆ। ਸਚਿਆਰਾ ਕਿਵੇਂ ਹੋਇਆ ਜਾਏ? ਮਹਾਰਾਜ ਜੀ ਕਹਿੰਦੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹਦਾ ਹੁਕਮ ਪਰਮੇਸ਼ਰ ਦਾ ਭਾਣਾ, ਉਹਦੀ ਰਜ਼ਾ ਵਿੱਚ ਜਦੋਂ ਚੱਲੇ, ਜਦੋਂ ਰਜ਼ਾ ਵਿੱਚ ਚੱਲੇਗਾ ਤੇਰਾ ਆਪਣਾ ਕੋਈ ਆਭਾਸ ਨਹੀਂ ਹੋਏਗਾ। ਮੈਂ ਹਾਂ ਅੰਦਰੋਂ ਮਿਟ ਜਾਏਗੀ। ਫਿਰ ਮਾਲਕ ਦੀ ਰਜ਼ਾ ਵਿੱਚ ਰਹਿਣ ਦੀ ਜੁਗਤ ਤੈਨੂੰ ਪ੍ਰਾਪਤ ਹੋ ਜਾਵੇ। ਜਿਵੇਂ ਮਰਜ਼ੀ ਮਾਲਕ ਰੱਖ ਰਿਹਾ ਹੈ ਉਹਦੀ ਰਜ਼ਾ ਵਿੱਚ ਰਹਿਣਾ। ਜੀਵ ਆਉਂਦਾ ਹੈ ਸੰਸਾਰ ਵਿੱਚ, ਹਉਮੈ ਦੀ ਫਾਹੀ ਗਲ ਵਿੱਚ ਪੈ ਜਾਂਦੀ, ਔਰ ਇਸੇ ਕਰਕੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
ਹਉ ਵਿੱਚ ਆਇਆ ਹਉ ਵਿੱਚ ਗਿਆ, ਜੰਮਣ ਅਤੇ ਮਰਨ ਹਉ ਵਿੱਚ ਹੈ। ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਹਉ ਵਿੱਚ ਹੀ ਜਨਮ ਹੈ ਔਰ ਹਉਮੈ ਵਿੱਚ ਹੀ ਮੌਤ ਹੈ। ਇਤਿਆਦਿਕ ਕੁਛ ਗਿਨੇ ਨ ਜਾਹੇ। ਕਿੰਨੇ ਕੁ ਮਹਾਰਾਜਿਆਂ ਨੇ ਦ੍ਰਿਸ਼ਟਾਂਤ ਦਿੱਤੇ, ਸਮਝਾਇਆ ਗੁਰੂ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਅੰਦਰ। ਅਣਗਿਣਤ ਪ੍ਰਮਾਣ ਹਨ, ਗਿਣੇ ਨਹੀਂ ਜਾਂਦੇ। ਭਾਈ ਦਇਆ ਸਿੰਘ ਜੀ ਬਖਸ਼ਿਸ਼ ਕਰਦੇ ਹਨ। ਕਹਿਓ ਦੇਹ ਹੰਤਾ ਕਰਨਾ ਹੈ। ਔਰ ਭਾਈ ਦੇਹ ਦੀ ਜਿਹੜੀ ਹੰਤਾ ਹੈ, ਦੇਹ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਦੇਹ ਜਿਹੜੀ ਹੈ ਇਹ ਤਾਂ ਨਾਸ਼ ਹੋਣ ਵਾਲੀ ਹੈ। ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਕਿ ਭਾਈ ਆ ਤਨ ਦਾ ਹੰਕਾਰ ਨਾ ਕਰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ, ਸਾਧੋ ਇਹ ਤਨ ਮਿਥਿਆ ਜਾਣੋ। ਭਾਈ ਇਹ ਜਿਹੜਾ ਤਨ ਹੈ ਇਹਨੂੰ ਤਾਂ ਮਿਥਿਆ ਜਾਣੋ, ਨਾਸ਼ ਹੋਣਾ ਜਾਣੋ, ਨਾਸ਼ਵਾਨ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਰੋਜ਼ ਪੜ੍ਹਦੇ ਹਾਂ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਬਿਨ ਬੂਝੇ ਮਿਥਿਆ ਸਭ ਭਏ। ਕਿਉਂਕਿ ਸਾਰਾ ਕੁਝ ਹੀ ਜਿਹੜਾ ਦਿਸਦਾ ਪਸਾਰਾ ਹੈ, ਮਹਾਰਾਜਿਆਂ ਨੇ ਸਾਰਾ ਕੁਝ ਹੀ ਗਿਣ ਦਿੱਤਾ। ਔਰ ਇਸੇ ਸਾਰੇ ਕੁਝ ਨੂੰ ਕਹਿਣ ਲੱਗੇ ਸੱਤ ਜਾਣਦਾ ਹੈ, ਔਰ ਜਿਹੜਾ ਸੱਤ ਹੈ ਉਹਨੂੰ ਅਸੱਤ ਜਾਣਦਾ। ਪਰਮੇਸ਼ਰ ਨੂੰ ਅਸੱਤ ਜਾਣਦਾ ਕਿਉਂ? ਉਹ ਦਿਸਦਾ ਨਹੀਂ ਹੈ, ਪਰਮੇਸ਼ਰ ਦਾ ਕੋਈ ਆਕਾਰ ਨਹੀਂ, ਇਸੇ ਕਰਕੇ ਉਹ ਚੇਤੇ ਵਿੱਚ ਨਹੀਂ ਆਉਂਦਾ ਸਾਡੇ। ਜਿਹੜਾ ਸਾਨੂੰ ਦਿਸ ਰਿਹਾ ਹੈ, ਸਾਰਾ ਕੁਝ ਨਜ਼ਰ ਆ ਰਿਹਾ, ਸਾਡੇ ਉਹੀ ਚੇਤੇ ਵਿੱਚ ਰਹਿੰਦਾ। ਜਿਹੜਾ ਚੇਤੇ ਵਿੱਚ ਰਹਿੰਦਾ ਕਹਿੰਦੇ ਉਹ ਅਸੱਤ ਹੈ ਭਾਈ, ਨਾਸ਼ ਹੋਣ ਵਾਲਾ ਹੈ। ਔਰ ਜਿਹੜਾ ਤੇਰੇ ਚੇਤੇ ਵਿੱਚ ਨਹੀਂ ਹੈ, ਸਦੀਵ ਕਾਲੀ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਰਹਿਣਾ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਕਿਹਾ ਗਿਆ ਭਾਈ ਤਨ ਹੰਤਾ ਜਿਹੜੀ ਹੈ ਨਹੀਂ ਕਰਨੀ ਚਾਹੀਦੀ। ਆਪਣੇ ਤਨ ਦਾ ਹੰਕਾਰ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ। ਤਨ ਹੰਤਾ ਮੈਂ ਸਭ ਉਤਪਾਤ। ਸਾਰੇ ਜਿਹੜੇ ਉਪਦਰਵ ਹਨ, ਜਿਹੜੀ ਉਤਪਤੀ ਵਿਨਾਸ਼ ਜਿਹੜਾ ਹੈ ਉਹ ਤਨ ਹੰਤਾ ਵਿੱਚ ਹੈ। ਤੇਰਾ ਜਨਮ ਅਤੇ ਜਿਹੜੀ ਮੌਤ ਹੈ ਤਨ ਹੰਗਤਾ ਵਿੱਚ ਹੈ। ਦੁਖ ਪ੍ਰਾਪਤ ਪੁਨ ਪੁਨ ਪਛਤਾਤ। ਜਨਮ ਮਰਨ ਦਾ ਜਿਹੜਾ ਦੁੱਖ ਹੈ ਤੈਨੂੰ ਪ੍ਰਾਪਤ ਹੁੰਦਾ ਔਰ ਫਿਰ ਪਛਤਾਉਣਾ ਪੈਂਦਾ, ਬਾਰ-ਬਾਰ ਪਛਤਾਉਂਦਾ ਹੈ। ਇਸ ਕਰਕੇ ਇਹ ਤਨ ਹੰਤਾ ਕਰਕੇ। ਜਨਮ ਅਸੰਖ ਇਸੀ ਤੇ ਧਰੈ। ਇੱਕ ਨਹੀਂ ਅਸੰਖ ਜਨਮ, ਅਣਗਿਣਤ ਜਨਮ ਜਿਹੜੇ ਹਨ ਤਨ ਹੰਤਾ ਕਰਕੇ ਧਾਰਨ ਕਰਦਾ ਹੈ। ਪ੍ਰਮਾਨ ਸੰਕਟ ਤੇ ਮਰੈ। ਔਰ ਜਦੋਂ ਇਹ ਜਿਹੜਾ ਸੰਕਟ ਹੈ, ਜਦੋਂ ਗੁਰੂ ਕਿਰਪਾ ਕਰੇ ਫਿਰ ਇਸ ਸੰਕਟ ਦੀ ਨਿਵਰਤੀ ਹੁੰਦੀ। ਨਹੀਂ ਤਾਂ ਜਦੋਂ ਇਹ ਤਨ ਹੰਤਾ ਦੇ ਵਿੱਚ ਉਲਝਿਆ ਹੋਇਆ ਹੈ ਫਿਰ ਇਸੇ ਤਰ੍ਹਾਂ ਜਨਮ ਅਤੇ ਮਰਨ ਵਿੱਚ ਪਿਆ ਹੋਇਆ ਹੈ। ਮਮਤਾ ਆਦ ਵਿਕਾਰ ਅਨੇਕ। ਜਿਹੜੀ ਮਮਤਾ ਹੈ, ਅਨੇਕਾਂ ਜਿਹੜੇ ਵਿਕਾਰ ਹਨ ਸਰੀਰ ਨੂੰ ਚਿੰਬੜੇ ਹੋਏ ਹਨ। ਤਨ ਹੰਤਾ ਜਨਤੀ ਅਵਿਵੇਕ। ਜਿਹੜੀ ਅਵਿਵੇਕ ਹੈ, ਅਗਿਆਨਤਾ ਹੈ, ਇਹੀ ਤਨ ਹੰਤਾ ਨੂੰ ਜਨਮ ਦਿੰਦੀ ਹੈ। ਕਿਉਂਕਿ ਜੇ ਵਿਵੇਕ ਨਹੀਂ, ਸੱਚ ਦੀ ਵਿਚਾਰ ਨਹੀਂ ਹਿਰਦੇ ਅੰਦਰ, ਇਸੇ ਕਰਕੇ ਤਨ ਹੰਤਾ ਤਨ ਅਭਿਮਾਨੀ ਹੋ ਜਾਂਦਾ ਹੈ ਜੀਵ, ਅਵਿਵੇਕ ਕਰਕੇ, ਕਿਉਂਕਿ ਸੱਚ ਦੀ ਵਿਚਾਰ ਹਿਰਦੇ ਅੰਦਰ ਨਹੀਂ ਹੈ। ਜਿਸ ਜਨ ਪਰ ਹੋਵੇ ਗੁਰ ਕਰੁਣਾ। ਜਿਸ ਜੀਵ ਤੇ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਕਰੁਣਾ ਕਰ ਦਏ। ਤਨ ਹੰਤਾ ਕੋ ਕਹਿ ਪ੍ਰਹਰਨਾ। ਸਤਿਗੁਰੂ ਕਿਰਪਾ ਕਰੇ ਤੋ ਤਨ ਹੰਤਾ ਜਿਹੜੀ ਹੈ ਉਹ ਨਾਸ਼ ਹੋ ਜਾਂਦੀ, ਮਿਟ ਜਾਂਦੀ ਹੈ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਸਤਿਗੁਰੂ ਦੀ ਕਿਰਪਾ ਦੁਆਰਾ ਦੁੱਖ ਦੂਰ ਹੋ ਜਾਂਦੇ, ਤਨ ਹੰਤਾ ਮਿਟ ਜਾਂਦੀ ਹੈ ਔਰ ਜੀਵਨ ਦੇ ਅੰਦਰ ਸੁਖ ਜਿਹੜਾ ਹੈ ਉਹ ਪ੍ਰਵੇਸ਼ ਕਰਦਾ। ਸੁਖ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਜਦੋਂ ਗੁਰੂ ਕਿਰਪਾ ਕਰੇ
ਜਿਹਦੇ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਉਹਦੇ ਹਿਰਦੇ ਅੰਦਰੋਂ ਤਨ ਹੰਤਾ ਮਿਟਦੀ ਹੈ, ਨਾਸ਼ ਹੁੰਦੀ ਹੈ। ਤਤ ਉਪਦੇਸ਼ ਨਾਮ ਲਿਵ ਲਾਵੈ। ਔਰ ਸਤਿਗੁਰੂ ਦੇ ਉਪਦੇਸ਼ ਨਾਲ ਜੀਵ ਫਿਰ ਲਿਵ ਲਾਉਂਦਾ ਹੈ। ਜਦੋਂ ਲਿਵ ਜੁੜਦੀ ਹੈ ਗੁਰੂ ਉਪਦੇਸ਼ ਦੇ ਨਾਲ, ਜਿਹੜਾ ਗੁਰਮੰਤਰ ਸਤਿਗੁਰੂ ਨੇ ਦਿੱਤਾ, ਜਦੋਂ ਉਹਦੇ ਨਾਲ ਇਕਾਗਰਤਾ ਬਣੀ, ਲਿਵ ਜੁੜੀ ਹੈ, ਜਨਮ ਮਰਨ ਦੁਖ ਤੇ ਛੁਟ ਜਾਵੇ। ਫਿਰ ਇਹ ਜਿਹੜਾ ਜਨਮ ਮਰਨ ਦਾ ਦੁੱਖ ਹੈ ਫਿਰ ਇਹ ਛੁੱਟਦਾ ਹੈ। ਹੁਣ ਗਣਕਾ ਨੂੰ ਤੋਤਾ ਦਿੱਤਾ ਸੀ ਸਤਿਪੁਰਸ਼ਾਂ ਨੇ ਕਿ ਇਸ ਤੋਤੇ ਨੂੰ ਰਾਮ ਨਾਮ ਦਾ ਜਿਹੜਾ ਰਟਨ ਹੈ ਉਹ ਹੀ ਕਰਾਉਣਾ। ਜਿਉਂ ਹੀ ਗਣਕਾ ਸਵੇਰੇ ਉਹਨੂੰ ਇਹ ਸਬਕ ਪੜ੍ਹਾਉਣ ਲੱਗ ਜਾਂਦੀ, ਤੋਤੇ ਨੂੰ ਰਾਮ 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 ਤੋਤਾ ਬੋਲਦਾ ਹੈ। ਔਰ ਇਉਂ ਬੋਲਦਿਆਂ ਬੋਲਦਿਆਂ ਗਣਕਾ ਦੀ ਜਿਹੜੀ ਲਿਵ ਸੀ ਉਹ ਰਾਮ ਨਾਲ ਜੁੜ ਗਈ। ਕਿੱਥੇ ਤਾਂ ਜੀਵਨ ਜਿਹੜਾ ਸੀ ਬੇਵਿਚਾਰੀ ਸੀ, ਕਰੈਕਟਰਲੈਸ ਜੀਵਨ ਸੀ, ਪਰ ਜਦੋਂ ਸਤਿਪੁਰਸ਼ਾਂ ਨੇ ਦਇਆ ਕੀਤੀ, ਪਰਮੇਸ਼ਰ ਦੇ ਨਾਮ ਨਾਲ ਜੋੜ ਦਿੱਤਾ। ਸੂਆ ਪਨਾ ਪੜਾਵਤ ਗਣਕਾ ਤਰੀ, ਤੋਤੇ ਨੂੰ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਕਹਿੰਦੇ ਗਣਕਾ ਜਿਹੜੀ ਸੀ ਉਹ ਤਰ ਗਈ, ਉਹਦਾ ਉਧਾਰ ਹੋ ਗਿਆ। ਜਦੋਂ ਸਤਿਗੁਰੂ ਕਿਰਪਾ ਕਰੇ, ਗੁਰਮੰਤਰ ਦੀ ਦਾਤ ਦਿੰਦਾ ਹੈ। ਹਰ ਨਾਮੋ ਮੰਤਰ ਦਿਰੜਾਏ ਦਾ ਕੱਟੇ ਹਉਮੈ ਰੋਗ, ਤਨ ਹੰਗਤਾ ਦਾ ਰੋਗ ਕੱਟਿਆ ਗਿਆ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ, ਉਹਨਾਂ ਨਾਲ ਮਿਲਾਪ ਹੋ ਗਿਆ। ਜੀਵ ਆਤਮਾ ਪਰਮਾਤਮਾ ਵਿੱਚ ਇੱਕ ਮਿਕਤਾ ਹੋ ਗਈ, ਜੋਤ ਉਹਦੇ ਵਿੱਚ ਰਲ ਗਈ। ਪਰਮੇਸ਼ਰ ਦੇ ਨਾਮ ਦੀ ਭਗਤੀ ਕਰਦਿਆਂ ਕਰਦਿਆਂ, ਜਪਦਿਆਂ ਜਪਦਿਆਂ ਕਹਿਣ ਲੱਗੇ ਜਨਮ ਮਰਨ ਕੋ ਕਰੇ ਪਰ ਹਰਨਾ। ਜਨਮ ਮਰਨ ਦਾ ਜਿਹੜਾ ਇਹ ਦੁੱਖ ਹੈ ਸਦੀਵ ਕਾਲ ਲਈ ਜੀਵ ਦਾ ਛੁੱਟ ਜਾਂਦਾ ਹੈ। ਸਤਿਗੁਰੂ ਛੁਟਕਾਰਾ ਕਰਾਉਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਹਨ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿਆਰ ਗਰਭ ਬਸੇਰਾ। ਭਗਤ ਰਵਿਦਾਸ ਸਾਹਿਬ ਜੀ ਬਹੁਤ ਜਨਮ ਵਿਛੁਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮਾਂ ਦਾ ਵਿਛੜਿਆ ਹੋਇਆ ਹਾਂ, ਇਸ ਕਰਕੇ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਪਿਆਰੇ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਜਿਹੜੇ ਕਰਮ ਤੂੰ ਕਰਦਾ ਆਪਣੀ ਮਰਜ਼ੀ ਨਾਲ, ਕਹਿਣ ਲੱਗੇ ਉਹਨਾਂ ਦੁਆਰਾ ਪ੍ਰਭੂ ਦਾ ਮਿਲਾਪ ਨਹੀਂ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅੰਗ ਬੁੱਧ ਬਾਧੇ। ਮਹਾਰਾਜ ਜੀ ਕਹਿੰਦੇ ਹੰਕਾਰ ਆ ਗਿਆ ਹਿਰਦੇ ਅੰਦਰ, ਆਹ ਕਰਮ ਕਰਕੇ ਮੈਂ ਪਾਠ ਵੀ ਕਰਦਾ, ਮੈਂ ਸੁਖਮਨੀ ਸਾਹਿਬ ਦਾ ਜਪ ਕਰਦਾ, ਇੰਨਾ ਸਮਾਂ ਮੈਂ ਬੈਠਦਾ ਹਾਂ, ਕਿਉਂਕਿ ਤਨ ਹੰਗਤਾ ਆ ਗਈ ਨਾ ਹਿਰਦੇ ਅੰਦਰ। ਜਿਹੜਾ ਕੀਤਾ ਸੀ ਉਹ ਅੰਦਰੋਂ ਚਲਿਆ ਗਿਆ, ਹੰਕਾਰ ਨੇ ਸਾਰਾ ਕੁਝ ਹੀ ਮਿਟਾ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਪਰਮੇਸ਼ਰ ਨੂੰ ਮਿਲਣ ਦਾ ਤਰੀਕਾ ਨਹੀਂ, ਇਨ ਵਿਧ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਥੱਕ ਹਾਰ ਕੇ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ। ਮਹਾਰਾਜ ਮੈਨੂੰ ਕੁਝ ਸਮਝ ਨਹੀਂ ਆਉਂਦਾ, ਮੇਰੀ ਮੱਤ ਜਿਹੜੀ ਹੈ ਅਣਜਾਣ ਹੈ। ਜਦੋਂ ਅਣਜਾਣ ਬਣ ਜਾਏ, ਭੋਲਾ ਬਣ ਜਾਏ, ਬਾਲ ਬੁੱਧ ਬਣ ਜਾਏ, ਕਿਉਂਕਿ ਬਾਲਕ ਨੂੰ ਕੁਝ ਨਹੀਂ ਪਤਾ ਹੁੰਦਾ, ਬਾਲ ਬੁੱਧ ਦੇ ਦੁਆਰਾ ਫਿਰ ਪਰਮੇਸ਼ਰ ਕਿਰਪਾ ਕਰਦਾ ਹੈ। ਧੰਨੇ ਨੇ ਬਾਲ ਬੁੱਧ ਦੁਆਰਾ ਪ੍ਰਾਪਤ ਕੀਤਾ ਪਰਮੇਸ਼ਰ ਨੂੰ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਧੰਨੇ ਪਾਇਆ ਬਾਲ ਬੁੱਧ। ਧੰਨੇ ਨੇ ਕਿਵੇਂ ਪਾਇਆ? ਕਹਿੰਦੇ ਬਾਲ ਬੁੱਧ, ਭੋਲਾ ਸੀ, ਚਤੁਰਾਈ ਨਹੀਂ ਸੀ, ਕੋਈ ਸਿਆਣਪ ਨਹੀਂ ਸੀ, ਤਨ ਹੰਗਤਾ ਨਹੀਂ ਸੀ। ਜਦੋਂ ਹਿਰਦੇ ਅੰਦਰੋਂ ਤਨ ਹੰਗਤਾ ਛੱਡਦਾ ਉਦੋਂ ਫਿਰ ਸਤਿਗੁਰੂ ਕਿਰਪਾ ਕਰਦਾ। ਜਦੋਂ ਢਹਿ ਪੈਂਦਾ ਹੈ, ਜਦੋਂ ਆਪਣੀ ਕੋਈ ਸਮਰੱਥਾ ਨਹੀਂ, ਫਿਰ ਗੁਰੂ ਨੂੰ ਸਮਰਪਣ ਹੋ ਗਿਆ। ਸਤਿਗੁਰੂ ਨੇ ਕਿਰਪਾ ਕੀਤੀ, ਗਿਆਨ ਦੀ ਜੋਤ ਜਿਹੜੀ ਸੀ ਹਿਰਦੇ ਅੰਦਰ ਜਗਾਈ, ਅਗਿਆਨਤਾ ਨਾਸ਼ ਹੋ ਗਈ। ਜਨਮ ਮਰਨ ਦਾ ਦੁੱਖ ਜਿਹੜਾ ਸੀ ਸਤਿਗੁਰੂ ਦੀ ਕਿਰਪਾ ਕਰਕੇ ਦੂਰ ਹੋਇਆ। ਸਤਿਗੁਰੂ ਦੀ ਰਹਿਮਤ ਕਰਨ, ਸਤਿਗੁਰੂ ਦੀ ਸ਼ਰਨ ਲਈਏ, ਸਤਿਗੁਰੂ ਦਾ ਆਸਰਾ ਲਈਏ, ਤਾਂ ਕਿ ਸਾਡਾ ਵੀ ਇਹ ਜਿਹੜਾ ਮਨੁੱਖਾ ਜੀਵਨ ਹੈ ਉਹ ਸਫਲਾ ਹੋ ਜਾਏ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ, ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ।
ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੈ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਜਗ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀਰ ਹੋਵਨਹਾਰ, ਹੇ ਸੰਤਾਂ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹਉ ਦਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ। ਕੋਹੀਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਇਸ ਉਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਸਗਲ ਦੁਆਰ ਕਉ ਛਾੜ ਕੇ, ਇਹ ਤੁਹਾਰ ਉਦਵਾਰ, ਮਾਹਿ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੇ, ਇਹ ਤੁਹਾਰ ਉਦਵਾਰ, ਮਾਹਿ ਗਏ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।